जो धन गुरु ग्रंथ साहिब पातशाह जी की बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो वो चल रही लड़ीवार गुरबाणी विचारां दे नाल सांझ पाइए। विचारां आरंभण तो पहलां धन गुरु ग्रंथ साहिब जी कृपा करन अपना बख्शिश भरिया हथ सिर ते रखण। सतगुरु जी आप बल बख्शिश करके अपनी बाणी दियां अपने शब्द दियां विचारां सतगुरु जी आप करवा लैण और आप सरबत संगत बख्शो असीस कोई रसना वांझी ना रहे। दोवे हथ जोड़ अपनियां मन बिरतियां एकाग्र करदियां लवाओ गुरु चरना विच हाजरी अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावा पवित्र और मिल के आखो जी सतनाम श्री वाहे गुरु साहिब जी। वाहे गुरु साहिब जी। श्री राग महला पहला। पहले पहर रैणक बनजारिया मित्रा बालक बुद्ध अचेत खीर पिय खिलाइय वनजारिया मित्रा मात पिता सुत हेत जिस पवन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन वचन सतगुरु धन गुरु नानक साहिब जी के मुखार बिन तो उचारण कीते हुए श्री राग दे अंदर गुरु ग्रंथ साहिब पातशाह जी के पावन अंग 75 और 76 के उपर सुभाईमान है। अज दे इस पावन बचना दे अंदर पावन बचना दे राही गुरु साहिब जी ने फिर उसे प्रकरण दे अंदर एक शब्द होर जोड़िया जो मनुख की जिंदगी रूपी रात दी बात सतगुरु जी कर रहे। जिमें पिछलेरे शब्द विच सतगुरु जी ने रैण जिहड़ी ये चार पहरां दे विच जिंदगी जिहड़ी इहनूं चार पहरां दे विच वर्णन कीता सी, उसे तरह अज दे इस पावन बचन विच भी सतगुरु जी जिंदगी दे चार पहर साडी जिंदगी रूपी रात दे चार पहरां दा जिक्र कर रहे। सब तो पहला जिहड़ा इस विच जिक्र कीता साहिब जी ने कि ये जिहड़ा सौदागर है ना, इहदी जिंदगी का पहला पैर है भी ये बालक है और इहदी बुद्धि अचेत है। पर एक ख्याल असीं रखिए, समाज ने इहो कह के इहदा कीता हर अपराध, इहदा हर कीता औगण, इहदी कीती हर गलती और गुस्ताखी बख्श दिती बालक है। कोई भी भुल कीती नुकसान करता बालक है, छड़ दिओ। घर दे विच कोई वैसी भुल या वैसी गलती कर ले, परिवार ने कहता भी कोई गल नहीं, बालक है, जदों वड्डा होएगा समझ जाएगा। पर सतगुरु जी की बाणी ने सानू समझाउंदियां
ਇੱਕ ਉਪਦੇਸ਼ ਦਿੱਤਾ ਹੈ, ਅਬ ਨ ਭਜਸ ਭਜਸ ਕਬ ਭਾਈ, ਆਵੈ ਅੰਤ ਨ ਭਜਿਆ ਜਾਈ। ਸਮਾਂ ਤੇ ਇਹੋ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਜਦੋਂ ਉਪਦੇਸ਼ ਮਿਲਦਾ ਤੇ ਉਪਦੇਸ਼ ਕੀ ਮਿਲਦਾ? ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਉਪਦੇਸ਼ ਤੇ ਇਹੋ ਮਿਲਿਆ। ਹੁਣ ਜਦੋਂ ਧਰੂਵ ਜੀ ਔਰ ਭਗਤ ਪ੍ਰਹਿਲਾਦ ਜੀ ਦੇ ਇਤਿਹਾਸ ਨੂੰ ਆਪਾਂ ਉਹਨਾਂ ਦੇ ਸਮੇਂ ਨੂੰ ਵਿਚਾਰਦੇ ਹਾਂ ਤੇ ਉਹਨਾਂ ਦਾ ਸਮਾਂ ਕੀ ਕਹਿੰਦਾ? ਭਗਤ ਪ੍ਰਹਿਲਾਦ ਜੀ ਦੀ ਉਮਰ 5 ਸਾਲ, ਭਗਤ ਧਰੂਵ ਜੀ ਦੀ ਉਮਰ 5 ਸਾਲ। ਤੇ ਭਗਤੀ ਕਦੋਂ ਕਰ ਰਹੇ? ਕਿਹਾ ਤੇ ਉਹਨਾਂ ਨੂੰ ਵੀ ਜਾ ਸਕਦਾ ਸੀ ਵੀ ਬਾਲਕ ਹੈ। ਧਰੂਵ ਜੀ ਦੀ ਮਾਤਾ ਕਹਿ ਰਹੀ ਵੀ ਜੇ ਰਾਜ ਭਾਗ ਚਾਹੁੰਦਾ ਪੁੱਤਰਾ ਤੇ ਫਿਰ ਰੱਬ ਰੱਬ ਕਰਿਆ ਕਰ, ਜੇ ਪਿਤਾ ਦੀ ਗੋਦ ਚਾਹੁੰਦਾ ਤੇ ਰੱਬ ਰੱਬ ਕਰਿਆ ਕਰ। ਤੇ ਪ੍ਰਹਿਲਾਦ ਜੀ ਰਾਜ ਦੀ ਕੋਈ ਚਿੰਤਾ ਨਹੀਂ, ਪਰ ਮੈਂ ਹਰਨਾਕਸ਼ ਨਹੀਂ ਕਹਿਣਾ, ਮੈਂ ਰੱਬ ਰੱਬ ਆਖਣਾ, ਮੈਂ ਤੇ ਹਰੀ ਹਰੀ ਕਹਾਂਗਾ। ਪਰਿਵਾਰ ਨੇ ਵੀ ਸਮਝਾਇਆ, ਹਰਨਾਕਸ਼ ਨੇ ਵੀ ਸਮਝਾਇਆ ਵੀ ਤੂੰ ਹਟ ਜਾ ਰੱਬ ਰੱਬ ਕਰਨੋਂ, ਹਰਨਾਕਸ਼ ਹਰਨਾਕਸ਼ ਕਰਿਆ ਕਰ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਨਾ, ਸੰਡਾ ਮਰਕਾ ਜਾਏ ਪੁਕਾਰੇ ਪ੍ਰਹਿਲਾਦ, ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਵੀ ਇਹ ਆਪ ਤੇ ਵਿਗੜਿਆ ਹੀ ਆ, ਵੀ ਸਾਡੀ ਨਹੀਂ ਮੰਨਦਾ ਇਹ। ਅਸੀਂ ਤੇ ਕਹਿੰਦੇ ਆ ਵੀ ਰਾਮ ਨਾ ਭਜ, ਆਪਣੇ ਪਿਤਾ ਦਾ ਨਾਮ ਜਪਿਆ ਕਰ, ਪਰ ਇਹ ਤੇਰੇ ਨਾਮ ਨੂੰ ਜਪਦਾ ਹੀ ਨਹੀਂ। ਸੰਡਾ ਮਰਕਾ 2 ਉਸਤਾਦ ਜਿਹੜੇ ਪ੍ਰਹਿਲਾਦ ਦੇ ਮੰਨੇ ਗਏ, ਜਿਨ੍ਹਾਂ ਦੇ ਕੋਲ ਹਰਨਾਕਸ਼ ਨੇ ਵਿਦਿਆ ਵਾਸਤੇ ਪੜ੍ਹਨੇ ਪਾਇਆ ਵੀ ਇਹਨੂੰ ਪੜ੍ਹਾਓ ਤੇ ਇਹਨੂੰ ਇਹ ਦੱਸੋ ਵੀ ਦੁਨੀਆ ਦੇ ਉੱਤੇ ਰੱਬ ਹਰਨਾਕਸ਼ ਹੈ, ਦੂਜਾ ਨਹੀਂ ਹੈ। ਉਹ ਕਹਿੰਦੇ ਜੀ ਠੀਕ ਹੈ। ਉਹ ਹੁਣ ਪੜ੍ਹਾਉਣ ਲੱਗ ਗਏ। ਜਦੋਂ ਪੜ੍ਹਾਉਣ ਲੱਗੇ ਤੇ ਉਹਨੇ ਵੇਖਣਾ ਵੀ ਜਦੋਂ ਤੱਕ ਉਸਤਾਦ ਨਹੀਂ ਆਉਂਦੇ ਉਹਨਾਂ ਚਿਰ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਬਹਿ ਜਾਣਾ, ਨਾਲੇ ਆਪ ਰਾਮ ਰਾਮ ਕਰਨਾ ਤੇ ਨਾਲੇ ਉਹਨਾਂ ਨੂੰ ਕਰਾਉਣਾ, ਤੇ ਨਾਲੇ ਉਹਨਾਂ ਨੂੰ ਆਖਣਾ ਵੀ ਮੇਰੇ ਪਿਤਾ ਨੂੰ ਵੀ ਬਣਾਉਣ ਵਾਲਾ ਰੱਬ ਹੈ, ਵੀ ਮੇਰੇ ਪਿਤਾ ਨੇ ਕਿਸੇ ਨੂੰ ਨਹੀਂ ਬਣਾਇਆ, ਵੀ ਇਸ ਲਈ ਜਿਨਨੇ ਮੇਰੇ ਪਿਤਾ ਨੂੰ ਬਣਾਇਆ ਆਪਾਂ ਉਹਨੂੰ ਜਪਣਾ ਹੈ। ਉਹ ਸਾਰਿਆਂ ਨੂੰ ਉਹਨੇ ਨਾਲ ਲਾ ਲਿਆ, ਉਹ ਵੀ ਬਾਲਕ ਸਨ, ਉਹ ਉਹਦੀ ਗੱਲ ਮੰਨ ਕੇ ਜਦੋਂ ਉਸਤਾਦਾਂ ਕੋਲੋਂ ਜਾ ਕੇ ਬੈਠਣ ਦੀ ਜਾਂ ਪੜ੍ਹਨ ਦੀ ਵਾਰੀ ਆਉਂਦੀ, ਉਸਤਾਦ ਉਹਨਾਂ ਨੂੰ ਝਿੜਕ ਕੇ ਮਾਰ ਕੇ ਤੇ ਸਮਝਾ ਲੈਂਦੇ, ਉਹ ਮੰਨ ਵੀ ਜਾਂਦੇ ਵੀ ਅਧਿਆਪਕ ਨੇ ਇਹ ਗੱਲ ਕਹੀ। ਪਰ ਪ੍ਰਹਿਲਾਦ ਕਹਿੰਦਾ ਵੀ ਨਹੀਂ, ਇਹ ਕੰਮ ਨਹੀਂ ਹੋਣਾ। ਤੇ ਫਿਰ ਉਹ ਜਾ ਕੇ ਕੀ ਕਹਿੰਦੇ ਵੀ ਅਸੀਂ ਵੇਖ ਲਿਆ ਜੀ, ਸਾਡੇ ਵੱਸ ਤੋਂ ਗੱਲ ਬਾਹਰ ਹੈ, ਇਹ ਸਾਡੀ ਨਹੀਂ ਮੰਨਦਾ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਹਿਲੇ ਪਹਿਰੇ ਰਾਇਣ ਕਹਿ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ। ਲੋਕਾਂ ਨੇ ਇਹੋ ਕਹਿ ਕੇ ਜਾਂ ਸਮਾਜ ਨੇ ਇਹ ਕਹਿ ਕੇ ਜਾਂ ਪਰਿਵਾਰ ਨੇ ਇਹ ਕਹਿ ਕੇ ਸਾਨੂੰ ਰੱਬ ਦੇ ਚਿੰਤਨ ਤੋਂ ਬੜੀ ਦੂਰ ਕਰਤਾ ਕਿ ਅਜੇ ਬਾਲਕ ਹੈ, ਬੁੱਧੀ ਅਚੇਤ ਹੈ। ਕੋਈ ਗੱਲ ਨਹੀਂ, ਜਦੋਂ ਸਮਝ ਆਏਗੀ ਸੋਝੀ ਆਏਗੀ ਉਦੋਂ ਆਪੇ ਜਪ ਲੇਗਾ। ਉਹ ਜੇ ਅਸੀਂ ਇੱਕ ਖਿਆਲ ਰੱਖੀਏ, ਬੀਜ ਜਿਹੜਾ ਨਾ ਉਹ ਬਾਲਕ ਦੇ ਮਨ ਵਿੱਚ ਹੀ ਬੋਇਆ ਜਾਏਗਾ। ਜੇ ਅਸੀਂ ਉਹਦੇ ਮਨ ਵਿੱਚ ਨਹੀਂ ਨਾ ਬੋ ਸਕੇ, ਜਿਸ ਦਿਨ ਉਹਨੇ ਆਪਣੀ ਹੋਸ਼ ਸੰਭਾਲਣੀ ਹੈ ਨਾ, ਉਦਣ ਤੇ ਉਹਨੇ ਕਹਿਣਾ ਵੀ ਜ਼ਿੰਦਗੀ ਜਿਉਣ ਦਾ ਟਾਈਮ ਤੇ ਹੋਣੀ ਹੈ, ਰੱਬ ਰੱਬ ਤੇ ਫਿਰ ਕਰ ਲਾਂਗੇ। ਤੇ ਜੇ ਬੀਜ ਪਹਿਲਾਂ ਹੀ ਬੋਇਆ ਹੋਏਗਾ ਤੇ ਫਿਰ ਅਗਲੇ ਨੂੰ ਸਮਝ ਲੱਗੇਗੀ ਵੀ ਜ਼ਿੰਦਗੀ ਜਿਉਣ ਦਾ ਸਮਾਂ ਵੀ ਹੈ ਤੇ ਜ਼ਿੰਦਗੀ ਸਵਾਰਨ ਦਾ ਸਮਾਂ ਵੀ ਹੈ। ਇਹ ਨਹੀਂ ਵੀ ਮੁੜ ਕੇ ਜਦੋਂ ਮਾਲਕ ਜੀ ਕਹਿੰਦੇ ਨਾ ਕਿ ਹਾਲਤ ਐਸੀ ਬਣ ਜਾਂਦੀ ਹੈ, ਚਰਨ ਸੀਸ ਕਰ ਕੰਪਣ ਲਾਗੇ ਨੈਣੋ ਨੀਰ ਆਸਾਰ ਵਹੈ, ਜਿਹਬਾ ਬਚਨ ਸ਼ੁੱਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ। ਫਿਰ ਧਰਮ ਵਾਲੇ ਪਾਸੇ ਹੋ ਜਾਂਦਾ ਵੀ ਹੁਣ
ਹੋਰ ਕਿਸੇ ਪਾਸੇ ਤੇ ਚੱਲਣਾ ਕੁਛ ਨਹੀਂ, ਹੋਰ ਕਿਸੇ ਪਾਸੇ ਪੁੱਛਣਾ ਵੀ ਕਿਸੇ ਨਹੀਂ। ਕਿਉਂ? ਪਰਿਵਾਰ ਵਾਲਿਆਂ ਨੇ ਕਹਿਤਾ ਵੀ ਤੇਰੀ ਮੱਤ ਹੀਣੀ ਹੋ ਗਈ, ਹੁਣ ਤੂੰ ਕਿਸੇ ਕੰਮ, ਸਾਡੇ ਕਿਸੇ ਕੰਮ ਦਾ ਨਹੀਂ। ਤੇ ਫਿਰ ਕਿਸ ਪਾਸੇ ਜਾਂਦਾ? ਫਿਰ ਧਰਮ ਦੀ ਦੁਨੀਆ 'ਚ ਕਦਮ ਰੱਖਦਾ। ਤੇ ਉਹ ਜਿੰਨਾ ਕੁ ਚਿਰ 'ਚ ਧਰਮ ਦੀ ਦੁਨੀਆ ਸਮਝ ਆਉਂਦੀ ਹੈ, ਉਹਨੇ ਚਿਰ ਨੂੰ ਉਦਾਂ ਸਾਹ ਸੱਤ ਮੁੱਕ ਜਾਂਦੇ, ਜਾਂ ਉਹਨੇ ਚਿਰ ਨੂੰ ਸਰੀਰਕ ਤੌਰ ਤੇ ਉਦਾਂ ਚਲਿਆ ਜਾਂਦਾ ਹੈ। ਤੇ ਜੇ ਹੁਣ ਧਰਮ ਦੀ ਬਾਤ ਕਰਦਾ ਵੀ ਹੈ, ਧਰਮ ਦੀ ਗੱਲ ਕਰਦਾ ਵੀ ਹੈ, ਤੇ ਫਿਰ ਧਰਮ ਦੀ ਗੱਲ ਕਰਦਿਆਂ ਹੋਇਆਂ ਵੀ ਆਪਣੀ ਮੱਤ ਅੱਗੇ ਰੱਖਦਾ ਹੈ। ਤੇ ਕੀ ਕਹਿੰਦਾ ਹੈ? ਮੈਂ ਸਾਰੀ ਜ਼ਿੰਦਗੀ ਐਵੇਂ ਨਹੀਂ ਕੱਢੀ, ਮੇਰੇ ਕੋਲ ਵੀ ਅਨੁਭਵ ਹੈ। ਸਤਿਗੁਰੂ ਕਹਿੰਦੇ, ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ। ਸਮਝ ਲਿਆ, ਪਰ ਕਿਤੇ ਵੇਖੀ ਜ਼ਿੰਦਗੀ ਦਾ ਪਹਿਲਾ ਪਹਿਰ ਇਸੇ ਕੰਮ 'ਚ ਨਾ ਕੱਢ ਲਈ। ਪਹਿਲਾ ਪਹਿਰ ਜ਼ਿੰਦਗੀ ਦਾ ਇਸੇ ਕਰਮ 'ਚ ਹੀ ਨਾ ਬਤੀਤ ਕਰ ਲਈ ਕਿ ਅਜੇ ਬਾਲਕ ਆ, ਬੁੱਧੀ ਅਚੇਤ ਹੈ। ਫਿਰ ਹੁਣ ਮਾਤ ਪਿਤਾ ਕੀ ਕਰਦੇ? ਕਹਿੰਦੇ ਮਾਤ ਪਿਤਾ ਸੁਤ ਨੇਹ ਕਨੇਰਾ। ਔਲਾਦ ਨਾਲ ਪਿਆਰ ਬਹੁਤ ਹੈ, ਮਾਂ ਦਾ ਵੀ ਤੇ ਪਿਤਾ ਦਾ ਵੀ। ਮਾਤ ਪਿਤਾ ਸੁਤ ਨੇਹ ਕਨੇਰਾ, ਮਾਇਆ ਮੋਹ ਸਬਾਈ। ਸਾਰੇ ਪਾਸੇ ਕੀ ਨਜ਼ਰੀ ਪੈ ਰਿਹਾ? ਸਭ ਨੂੰ ਮਾਇਆ ਦੇ ਮੋਹ ਨੇ ਇੰਨਾ ਕੁ ਜਕੜਿਆ ਹੋਇਆ, ਇੰਨਾ ਕੁ ਆਪਣੇ ਅਧੀਨ ਕੀਤਾ ਹੋਇਆ। ਮਾਤਾ ਪਿਤਾ ਤੇ ਜਦੋਂ ਬੋਲਦੇ ਉਦੋਂ ਇਹੋ ਕਹਿੰਦੇ, ਸਾਡੀ ਔਲਾਦ ਬੜੀ ਪਿਆਰੀ ਹੈ। ਮਾਤ ਪਿਤਾ ਸੁਤ ਨੇਹ ਕਨੇਰਾ। ਹੁਣ ਉਹ ਸੁਤ ਨੇ ਜਿਹੜਾ ਬੱਚੇ ਦਾ ਨੇ ਕੀ ਕਹਿੰਦਾ ਹੈ? ਮਾਲਕ ਪਾਤਸ਼ਾਹ ਜੀ ਬਾਣੀ 'ਚ ਕਹਿੰਦੇ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ। ਇਹ ਨੇਕ ਨੇਰਾ। ਜਦੋਂ ਨਾ ਚਾਣਕਿਆ ਨੀਤੀ ਪੜ੍ਹਦੇ ਆ, ਉਹ ਬੱਚੇ ਦੀ ਪਰਵਰਿਸ਼ ਕਰਨ ਦਾ ਇੱਕ ਢੰਗ ਦੱਸਦਾ, ਬੜਾ ਪਿਆਰਾ। ਕਹਿੰਦਾ ਪਹਿਲੇ 5 ਸਾਲ ਤੱਕ ਬੱਚੇ ਨਾਲ ਬਹੁਤ ਲਾਡ ਲਡਾਓ। ਜਦੋਂ ਪਰਵਰਿਸ਼ ਦੀ ਗੱਲ ਆਉਂਦੀ, ਪਹਿਲੇ 5 ਸਾਲਾਂ ਤੱਕ ਇੰਨਾ ਕੁ ਲਾਡ ਲਡਾਓ ਕਿ ਔਲਾਦ ਤੁਹਾਡੇ ਪ੍ਰੇਮ ਵਿੱਚ ਮਗਨ ਹੋ ਜਾਏ। ਫਿਰ ਅੱਗੇ ਉਹਦੀ ਘਾੜਤ ਦੀ ਵਾਰੀ, ਕਿਉਂਕਿ ਪਹਿਲੇ 5 ਸਾਲਾਂ ਤੱਕ ਉਹਨੂੰ ਬਹੁਤੀ ਸੋਝੀ ਨਹੀਂ। ਫਿਰ ਅੱਗੇ ਹੁਣ ਘੜਨਾ 5 ਤੋਂ ਲੈ ਕੇ 15 ਸਾਲਾਂ ਤੱਕ ਉਹਦੀ ਕਿਸੇ ਵੀ ਗਲਤੀ ਨੂੰ ਮਾਫ ਨਾ ਕਰੋ। ਕਿਸੇ ਵੀ ਗਲਤੀ ਨੂੰ, ਮਤਲਬ ਪੜਦਾ ਨਾ ਪਾਓ ਉਹਦੀ ਕਿਸੇ ਵੀ ਕੀਤੀ ਹੋਈ ਗਲਤੀ ਤੇ। ਉਹਨੂੰ ਸਮਝਾਓ, ਪਿਆਰ ਨਾਲ ਸਮਝਾਓ, ਝਿੜਕ ਕੇ ਸਮਝਾਓ, ਪਰ ਸਮਝਾਓ, ਕਿਉਂਕਿ ਇਹਨਾਂ 10 ਸਾਲਾਂ ਨੇ ਉਹਦੀ ਘਾੜਤ ਕੱਢਣੀ। ਫਿਰ ਜਦੋਂ 15, ਕਿਉਂਕਿ ਅਗਾਂਹ ਜਾ ਕੇ ਹੁਣ ਟੀਨ ਏਜ ਚੱਲ ਪਈ ਨਾ, 11 ਅੱਜ ਦਾ ਬੱਚੇ ਨੂੰ ਤੇ ਅਸੀਂ ਕਹਿ ਸਕਦੇ ਹਾਂ ਵੀ 15 ਸਾਲਾਂ ਤੱਕ ਵੀ ਜਿਹੜਾ ਹੈ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਲੋੜ ਸਮਝਾਉਣ ਦੀ, ਉਹ ਪਹਿਲਾਂ ਹੀ ਸਮਝਿਆ ਸਾਰਾ ਕੁਝ। ਕਿਉਂ? ਅੱਜ ਆਪਾਂ ਹੈਰਾਨੀ ਨਾਲ ਵੇਖਦੇ ਹਾਂ, ਜਦੋਂ ਨਿੱਕੇ ਤੋਂ ਨਿੱਕਾ ਜਿਹੜਾ ਬੱਚਾ ਹੈ ਨਾ, ਉਹਦੇ ਕੋਲ ਨੌਲੇਜ ਕਹਿ ਲਓ, ਗਿਆਨ ਕਹਿ ਲਓ, ਔਰ ਉਹਦੀ ਸੋਝੀ, ਉਹਦੀ ਜਿਹੜੀ ਮਾਨਸਿਕਤਾ ਨਾ, ਉਹ ਬਹੁਤ ਵਿਸ਼ਾਲ ਹੈ ਅੱਜ ਦੇ ਸਮੇਂ ਵਿੱਚ। ਪਰ ਇਸ ਚੀਜ਼ ਦਾ ਲਾਭ ਵੀ ਹੈ, ਪਰ ਨਾਲ ਨਾਲ ਨੁਕਸਾਨ ਵੀ ਹੈ। ਕਿਉਂ? ਅੱਜ ਦੇ ਬਾਲਕ ਨੂੰ ਅਸੀਂ ਆਪਣੀ ਗੋਦ ਵਿੱਚ ਖਿਡਾਉਣ ਦੀ ਬਜਾਏ ਜਾਂ ਖੇਡਾਂ ਖਿਡਾਉਣ ਦੀ ਬਜਾਏ ਅਸੀਂ ਕੀ ਕਰਦੇ? ਜੇ ਇਹ ਰੋਂਦਾ ਤਾਂ ਹੀ ਚੁੱਪ ਕਰੇਗਾ ਜੇ ਇਹਨੂੰ ਤੁਸੀਂ ਮੋਬਾਈਲ ਫੜਾ ਦੋ। ਉਹੀ ਫੜਾਤਾ, ਉਹ ਵੀ ਚੁੱਪ ਕਰਕੇ ਬੈਠਾ ਰਿਹਾ, ਪਰ ਵੇਖੀ ਜਾਂਦਾ ਹੈ, ਵੇਖੀ ਜਾਂਦਾ ਹੈ।
ਸਮਝ ਕੁਛ ਆਵੇ ਤੇ ਭਾਵੇਂ ਨਾ, ਪਰ ਉਹ ਅਸੀਂ ਵੇਖ ਕੇ ਖੁਸ਼ ਹੋ ਰਹੇ ਵੀ ਸਾਡਾ ਬੱਚਾ ਬੜਾ ਇੰਟੈਲੀਜੈਂਟ ਹੈ। ਇੰਟੈਲੀਜੈਂਟ ਹੈ ਉਹ ਇੱਕ ਪਾਸੇ ਰੱਖ ਦਿਓ, ਉਹਦੀ ਸਿਹਤ ਉੱਪਰ ਅਸਰ ਕੀ ਹੈ ਇਸ ਗੱਲ ਬਾਰੇ ਸੋਚੋ। ਕਿਉਂਕਿ ਜਿਸ ਦਿਨ ਜਦੋਂ ਜਿਸ ਵਸਤੂ ਦੀ ਜ਼ਰੂਰਤ ਹੈ ਨਾ, ਉਹ ਜ਼ਰੂਰਤ ਵਕਤ ਫੜਾਇਆ ਜਾ, ਹਰ ਵਸਤੂ ਦਿੱਤੀ ਜਾਏ ਤੇ ਲਾਹੇ ਦੀ ਹੈ, ਪਰ ਜ਼ਰੂਰਤ ਤੋਂ ਪਹਿਲਾਂ ਫੜਾ ਦਿੱਤੀ ਜਾਏ ਤੇ ਫਿਰ ਨੁਕਸਾਨਦਾਇਕ ਹੈ। ਤੇ ਅੱਜ ਹੁਣ ਵੇਖ ਲਓ ਕਿਸ ਪਾਸੇ ਨੂੰ ਤੁਰ ਰਹੇ ਬੱਚੇ। ਇਹ ਸਾਡੇ ਬੀਜੇ ਹੋਏ ਬੀਜ ਨੇ, ਕਿਉਂਕਿ ਅਸੀਂ ਉਹਨਾਂ ਦੇ ਮਨਾਂ 'ਚ ਪਾਈ ਉਹ ਕੁਝ, ਅਸੀਂ ਖੁਸ਼ ਹੋਏ, ਪਰ ਉਹ ਜਿਹੜੀ ਖੁਸ਼ੀ ਨਾ, ਉਹ ਕਹਿੰਦੇ ਨਾ ਸਿਆਣੇ ਇੱਕ ਅਖਾਣ ਵਰਤਦੇ, ਕਹਿੰਦੇ ਕਈ ਵਾਰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ, ਫਿਰ ਉਹ ਕੁਛ ਹੁੰਦਾ। ਹੁਣ ਦੇ ਤੇ ਅਸੀਂ ਹੱਥਾਂ ਨਾਲ ਦਿੱਤਾ, ਮੁੜ ਕੇ ਅਸੀਂ ਕਰ ਕੁਛ ਨਹੀਂ ਸਕਦੇ। ਹੁਣ ਹੈ ਸਾਡੇ ਵੱਸ ਦੀ ਖੇਡ। ਖੈਰ, ਸਾਹਿਬ ਜੀ ਕਹਿੰਦੇ ਉਸ ਵਕਤ ਮਾਤਾ ਤੇ ਪਿਤਾ ਨੇ ਇੰਨਾ ਕੁ ਨੇਹ ਕੀਤਾ, ਇੰਨਾ ਕੁ ਪ੍ਰੇਮ ਕੀਤਾ ਕਿ ਉਸ ਪ੍ਰੇਮ ਦੇ ਵਿੱਚ ਇਸ ਗੱਲ ਨੂੰ ਭੁੱਲ ਹੀ ਗਏ ਵੀ ਅਸੀਂ ਇਹਦੀ ਘਾੜਤ ਵੀ ਕੱਢਣੀ ਹੈ। ਜਿਵੇਂ ਪਿਛਲੇ ਦਿਨਾਂ 'ਚ ਆਪਾਂ ਸਾਕਾ ਨਨਕਾਣਾ ਸਾਹਿਬ ਮਨਾ ਕੇ ਆਏ, ਉਹਨਾਂ ਸ਼ਹੀਦਾਂ ਨੂੰ ਚੇਤੇ ਕੀਤਾ। ਉਹਨਾਂ ਵਿੱਚ ਆਪਾਂ ਇੱਕ ਬਾਲਕ ਭਾਈ ਦਰਬਾਰਾ ਸਿੰਘ ਦਾ ਜ਼ਿਕਰ ਕੀਤਾ ਸੀ। 10 ਸਾਲਾਂ ਦੀ ਉਮਰ ਹੈ ਜਦੋਂ ਸ਼ਹਾਦਤ ਦਾ ਜਾਮ ਪੀ ਜਾਂਦੇ। ਉਹ ਸਾਡੇ ਲਈ ਸਾਡਾ ਬਾਬਾ ਹੈ, ਸਾਡਾ ਬਜ਼ੁਰਗ ਹੈ, ਭਾਵੇਂ ਉਮਰ ਉਹਦੀ 10 ਸਾਲਾਂ ਦੀ ਹੋਈ ਹੈ। ਔਰ ਜ਼ਿਕਰ ਕਰਦਿਆਂ ਆਖਿਆ ਸੀ ਵੀ ਜਿਸ ਦਿਨ ਉਹਨੇ ਜਨਮ ਲਿਆ ਸੀ ਨਾ, ਉਦੋਂ 21 ਸਾਲਾਂ ਦੇ 21 ਦਿਨਾਂ ਬਾਅਦ, ਖਿਮਾ ਕਰਿਓ, 21 ਦਿਨਾਂ ਬਾਅਦ ਮਾਂ ਸਰੀਰਕ ਤੌਰ ਤੇ ਚਲਾਣਾ ਕਰ ਜਾਂਦੀ। ਪਾਲਿਆ ਕਿੰਨੇ? ਪਿਤਾ ਨੇ ਤੇ ਦਾਦੀ ਨੇ। ਦਾਦੀ ਨੇ ਜਿਹੜੀ ਪਰਵਰਿਸ਼ ਦਿੱਤੀ ਹੈ ਨਾ, ਉਹ ਗੁਰਬਾਣੀ ਦੀ ਗੁੜਤੀ ਅਨੁਸਾਰ ਦਿੱਤੀ ਹੈ। ਗੁਰਬਾਣੀ ਦੀ ਗੁੜਤੀ ਦੇ ਕੇ, ਇਤਿਹਾਸ ਸੁਣਾ ਕੇ, ਗੁਰਬਾਣੀ ਦੀਆਂ ਲੋਰੀਆਂ ਸੁਣਾ ਸੁਣਾ ਕੇ ਦਾਦੀ ਨੇ ਪਰਵਰਿਸ਼ ਕੀਤੀ ਹੈ। ਤੇ ਉਸ ਬੱਚੇ ਦੇ ਸਵਾਲ ਅੱਜ ਦੇ ਬੱਚਿਆਂ ਵਰਗੇ ਨਹੀਂ ਸੀ ਵੀ ਦਿਨ ਕਿਉਂ ਚੜ੍ਹਦਾ, ਰਾਤ ਕਿਉਂ ਪੈਂਦੀ, ਇਦਾਂ ਦੇ ਸਵਾਲ ਨਹੀਂ ਸੀ। ਉਹ ਦਾਦੀ ਦੀ ਗੋਦ 'ਚ ਜਦੋਂ ਬਹਿੰਦਾ ਨਾ, ਦਾਦੀ ਨੂੰ ਸਵਾਲ ਕੀ ਕਰਦਾ ਵੀ ਦਾਦੀ ਤੁਸੀਂ ਮੈਨੂੰ ਗੋਦੀ 'ਚ ਬਿਠਾ ਕੇ ਸ਼ਹੀਦਾਂ ਦੀ ਗਾਥਾ ਸੁਣਾਉਂਦੇ ਹੋ, ਸਾਨੂੰ ਆਪਣੀ ਕੌਮ ਦੇ ਸ਼ਹੀਦਾਂ ਬਾਰੇ ਦੱਸੋ। ਉਹਦੇ ਸਵਾਲ, ਇਹ ਸਵਾਲ ਉਹਦੀ ਜ਼ਿੰਦਗੀ ਦੀ ਉਮਰ 3 ਤੋਂ 5 ਸਾਲਾਂ ਦੀ ਉਮਰ ਵਿੱਚ ਲਏ ਨੇ। ਕਿੱਦਾਂ ਦੀ ਪਰਵਰਿਸ਼ ਹੋਏਗੀ? ਦਾਦੀ ਨੂੰ ਆਪਣੀ, ਜਦੋਂ ਦਾਦੀ ਦੀ ਗੋਦ 'ਚ ਬਹਿੰਦਾ ਤੇ ਦਾਦੀ ਨੂੰ ਸਵਾਲ ਕੀ ਕਰਦਾ? ਦਾਦੀ ਆਪਣੀ ਕੌਮ ਦੇ ਵਿੱਚ ਬਾਬਾ ਜੀ ਸ਼ਹੀਦ ਹੋਏ, ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਜੀ, ਵੀ ਕੋਈ ਇਹਦੇ ਤੋਂ ਛੋਟੀ, ਇਹਨਾਂ ਤੋਂ ਛੋਟੀ ਉਮਰ ਦਾ ਵੀ ਸ਼ਹੀਦ ਹੋਇਆ? ਇਹ ਸਵਾਲ 3 ਤੋਂ 5 ਸਾਲਾਂ ਦੀ ਉਮਰ ਦੇ ਬੱਚੇ ਦਾ, ਤੇ ਅੱਜ ਦੀ 3 ਤੋਂ 5 ਸਾਲਾਂ ਦੇ ਬੱਚੇ ਨੂੰ ਪੁੱਛ ਕੇ ਇਹ ਪੁੱਛ ਲਓ ਵੀ ਟੈਲੀਫੋਨ ਚੱਲਦਾ ਕਿਹੜੇ ਪਾਸੇ ਨੂੰ। ਪਰ ਇਹ ਨਾ ਪੁੱਛਿਓ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਨਾਂ ਕੀ ਨੇ। ਸ਼ਹੀਦਾਂ ਦੀ ਤੇ ਬੜੀ ਦੂਰ ਦੀ ਗੱਲ ਨਾ। ਕਈ ਵਾਰ ਹੈਰਾਨੀ ਹੁੰਦੀ, 3 ਤੋਂ 5 ਸਾਲਾਂ ਦੇ ਬੱਚੇ ਦੀ ਗੱਲ ਛੱਡੋ, 20 ਤੋਂ 25 ਸਾਲਾਂ ਵਾਲੇ ਨੌਜਵਾਨ ਨੂੰ ਜਾ ਕੇ ਪੁੱਛ ਲਓ ਨਾ ਵੀ 10 ਗੁਰੂ ਸਾਹਿਬਾਨਾਂ ਦੇ ਨਾਂ ਤਰਤੀਬਵਾਰ ਸੁਣਾ ਦੇ, ਤੇ ਉਹ ਵੀ ਹੱਥ ਖੜੇ ਕਰ ਜਾਂਦਾ। ਨਹੀਂ ਜੀ, ਉਹ ਤੇ ਬੜੀ 10 ਤਰਤੀਬਵਾਰ ਤੇ ਛੱਡੋ, ਹੈਰਾਨੀ ਉਦੋਂ ਹੁੰਦੀ ਜਦੋਂ ਕਿਤੇ ਸਾਹਿਬਜ਼ਾਦਿਆਂ ਦੇ ਨਾਮ ਪੁੱਛ ਲਓ ਵੀ 4, 5 ਪਿਆਰਿਆਂ ਦੇ ਹੀ ਸੁਣਾਈ ਜਾਂਦੇ, ਜਾਂ 5 ਪਿਆਰਿਆਂ ਦੇ ਪੁੱਛ ਲਓ ਤੇ ਸਾਹਿਬਜ਼ਾਦਿਆਂ ਦਾ ਨਾਂ ਹੀ ਦੱਸੀ ਜਾਂਦੇ, ਉਹ ਵੀ ਪੂਰੇ ਨਹੀਂ ਆਉਣੇ। ਹੈਰਾਨੀ ਉਦੋਂ ਹੁੰਦੀ ਜਦੋਂ ਸਾਡੀਆਂ ਪਰਵਰਿਸ਼ਾਂ ਨੂੰ ਅਸੀਂ ਵੇਖਦੇ ਹਾਂ ਵੀ ਅਸੀਂ ਆਹ ਕੁਝ ਸਿਖਾਇਆ। ਗਿਆਨ ਦੇਣਾ ਮਾੜੀ ਗੱਲ ਨਹੀਂ, ਪਰ ਆਪਣੇ ਮਜ਼ਹਬ ਤੋਂ ਪਾਸੇ ਕਰ ਦੇਣਾ, ਆਪਣੀ ਵਿਰਾਸਤ ਤੋਂ ਪਾਸੇ ਕਰ ਦੇਣਾ ਵੀ ਭਲਾ ਨਹੀਂ।
ਇਹੋ ਕਾਰਨ ਹੈ ਕਿ ਅੱਜ ਸਾਡੀਆਂ ਜ਼ਿੰਦਗੀਆਂ ਵਿਚਲੀ ਗਿਰਾਵਟ। ਉਹਨੇ ਜਦੋਂ ਸਵਾਲ ਕਰਨਾ ਨਾ, ਦਾਦੀ ਏਦੂ ਘੱਟ ਉਮਰ ਦਾ ਵੀ ਕੋਈ ਸ਼ਹੀਦ ਹੈ ਨ, ਤੇ ਦਾਦੀ ਨੇ ਆਖਣਾ ਹਾਂ ਪੁੱਤਰਾ ਏਦੂ ਘੱਟ ਵੀ ਹੈ। ਉਹ ਕੌਣ ਹੈ? ਫਿਰ ਦਾਦੀ ਨੇ ਦੱਸਣਾ ਵੀ ਪੁੱਤਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰ ਨੇ ਭਾਈ ਅਜੈ ਸਿੰਘ ਜੀ, ਉਹਨਾਂ ਦੀ ਉਮਰ 3 ਸਾਲਾਂ ਦੀ ਸੀ। ਉਹਨੇ ਫੇਰ ਚੁੱਪ ਕਰ ਜਾਣਾ। ਫਿਰ ਦੂਜਾ ਸਵਾਲ ਵੀ ਦਾਦੀ ਏਦੂ ਛੋਟੀ ਉਮਰ ਦੇ? ਦਾਦੀ ਨੇ ਫੇਰ ਦੱਸਣਾ ਹਾਂ ਪੁੱਤਰ, ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਮਾਵਾਂ ਨੇ ਦੁੱਖ ਤਸ਼ੱਦਦ ਝੱਲਿਆ ਨਾ, ਉਹਨਾਂ ਕੋਲ ਸਾਲ 2 ਸਾਲਾਂ ਦੇ ਬੱਚੇ, 6 ਮਹੀਨਿਆਂ ਦੇ ਬੱਚੇ, ਉਹਨਾਂ ਨੇ ਵੀ ਸ਼ਹੀਦੀ ਜਾਮ ਪੀਤੇ। ਉਹਨੇ ਫੇਰ ਚੁੱਪ ਕਰ ਜਾਣਾ। ਫਿਰ ਦੁਬਾਰਾ ਸਵਾਲ ਕਰਨਾ ਦਾਦੀ ਏਦੂ ਛੋਟੀ ਉਮਰ ਦੇ? ਫਿਰ ਦਾਦੀ ਨੇ ਅੱਗੋਂ ਦੱਸਣਾ ਪੁੱਤ ਏਦੂ ਛੋਟੀ ਉਮਰ ਦੇ ਵੀ ਹਨ। ਉਹ ਕੌਣ ਨੇ? ਫਿਰ ਦਾਦੀ ਨੇ ਦੱਸਣਾ ਪੁੱਤਰਾ ਉਹ ਵੀ ਨੇ ਜਿਨ੍ਹਾਂ ਨੂੰ ਮਾਂ ਦੇ ਗਰਭ ਵਿੱਚੋਂ ਦੁਨੀਆ ਵੇਖਣੀ ਵੀ ਨਸੀਬ ਨਹੀਂ ਹੋਈ। ਜਦੋਂ ਇਹ ਗੱਲ ਕਹਿਣੀ ਨਾ ਤੇ ਦਰਬਾਰਾ ਸਿੰਘ ਨੇ ਚੁੱਪ ਕਰ ਜਾਣਾ। ਇਦੋਂ ਅੱਗੇ ਸਵਾਲ ਨਹੀਂ, ਕਿਉਂ ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਮਾਵਾਂ ਨੇ, ਭੈਣਾਂ ਨੇ ਤਸ਼ੱਦਦ ਝੱਲੇ ਨੇ, ਉਹਨਾਂ ਨੇ ਕੇਵਲ ਆਪਣੇ ਗਲਾਂ ਵਿੱਚ ਆਪਣੀ ਗੋਦ ਵਾਲੇ ਬੱਚਿਆਂ ਦੇ ਟੋਟੇ ਨਹੀਂ, ਕਈ ਮਾਵਾਂ ਨੇ ਆਪਣੀਆਂ ਕੁੱਖ ਵਿਚਲੇ ਬੱਚਿਆਂ ਨੂੰ ਵੀ ਗਵਾਇਆ ਹੈ। ਉਹ ਚੁੱਪ ਕਰ ਜਾਂਦਾ ਹੈ। ਪਰਵਰਿਸ਼ ਤੇ ਇਦਾਂ ਦੀ ਹੋਣੀ ਚਾਹੀਦੀ ਸੀ। ਇਹ ਨਾ ਅਸੀਂ ਸਮਝਦੇ ਰਹੀਏ ਵੀ ਬਾਲਕ, ਜੇ ਅਸੀਂ ਇਹ ਜਾਣਦੇ ਆ ਨਾ ਵੀ ਸਾਡਾ ਬੱਚਾ ਬੜਾ ਇੰਟੈਲੀਜੈਂਟ ਹੈ, ਤੇ ਫਿਰ ਇਹ ਵੀ ਖਿਆਲ ਰੱਖੀਏ ਉਹ ਬੁੱਧ ਅਚੇਤ ਨਹੀਂ ਹੈ। ਹੁਣ ਉਹਨੂੰ ਸਮਝਾਓ ਵੀ ਪੁੱਤ ਧਰਮ ਤੋਂ ਦੂਰ ਨਹੀਂ ਜਾਣਾ, ਪੁੱਤਰਾ ਮਜ਼ਹਬ ਤੋਂ ਪਾਸੇ ਨਹੀਂ ਹੋਣਾ, ਉਹਨੂੰ ਗੁੜਤੀ ਦਿਓ, ਉਹਨੂੰ ਬਾਲਕ ਬੁੱਧ। ਜਦੋਂ ਅਸੀਂ ਕਹਿੰਦੇ ਆ ਵੀ ਉਹ ਬਾਲਕ ਹੈ, ਅਸੀਂ ਆਪਣੀ ਪਰਵਰਿਸ਼ 'ਚ ਕਮੀ ਕਰ ਲੈਂਦੇ ਆ। ਜਿਸ ਦਿਨ ਉਹਨੂੰ ਸੋਝੀ ਆਉਂਦੀ ਹੈ, ਉਸ ਦਿਨ ਉਹ ਸਾਡੇ ਸਾਹਮਣੇ ਸਵਾਲ ਕਰਨ ਲੱਗ ਜਾਂਦਾ ਹੈ। ਜਦੋਂ ਸਿਖਾਉਣ ਦੀ ਵਾਰੀ ਸੀ ਉਦਣ ਤੇ ਦੱਸਿਆ ਨਹੀਂ, ਹੁਣ ਅੱਜ ਕਿਉਂ ਦੱਸਦੇ ਹੋ? ਅੱਜ ਮੈਨੂੰ ਪਤਾ ਹੈ। ਫਿਰ ਆਹ ਸਵਾਲ, ਫਿਰ ਉਹਨੇ ਆਪਣੇ ਉੱਤੇ ਸਵਾਲ ਨਹੀਂ ਖੜਾ ਕਰਨਾ, ਫਿਰ ਉਹ ਸਵਾਲ ਤਰਕ ਕਰੇਗਾ ਤੇ ਸਾਡੇ ਉੱਤੇ, ਸਾਡੀ ਪਰਵਰਿਸ਼ ਉੱਤੇ ਤਰਕ ਕਰੇਗਾ ਵੀ ਜਿਸ ਦਿਨ ਦੱਸਣ ਦੀ ਵਾਰੀ ਸੀ, ਸਮਝਾਉਣ ਦੀ ਵਾਰੀ ਸੀ, ਉਸ ਦਿਨ ਤੁਸੀਂ ਸਮਝਾਇਆ ਨਹੀਂ। ਜਿਸ ਦਿਨ ਮਜ਼ਹਬ ਵਾਲੇ ਪਾਸੇ ਲਾਉਣ ਦੀ ਵਾਰੀ ਸੀ, ਉਸ ਦਿਨ ਤੁਸੀਂ ਮਜ਼ਹਬ ਵਾਲੇ ਪਾਸੇ ਲਾਇਆ ਨਹੀਂ। ਅੱਜ ਤੁਸੀਂ ਮੈਨੂੰ ਕਹਿ ਰਹੇ ਹੋ, ਪਰ ਅੱਜ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਲੈ ਸਕਦਾ, ਮੈਂ ਤੁਹਾਡੀ ਕਿਉਂ ਮੰਨਾਂ? ਫਿਰ ਉਦੋਂ ਪਤਾ ਕੀ ਹੁੰਦਾ? ਸਾਡੇ ਮੱਥਿਆਂ ਤੇ ਹੱਥ ਤੇ ਅੱਖਾਂ ਵਿੱਚੋਂ ਹੰਝੂ। ਅਸੀਂ ਤੇ ਬੜੇ ਪਿਆਰ ਨਾਲ ਪਾਲਿਆ ਸੀ, ਅਸੀਂ ਤੇ ਬੜੇ ਪਿਆਰ ਨਾਲ ਪਾਲਿਆ, ਪਰਵਰਿਸ਼ ਬੜੀ ਵਧੀਆ ਕੀਤੀ, ਕਦੇ ਇਹਦੇ ਨਾਲ ਮਾੜਾ ਵਿਵਹਾਰ ਨਹੀਂ ਸੀ ਕੀਤਾ, ਕਦੇ ਇਹਨੂੰ ਕੁਝ ਮਾੜਾ ਦਿੱਤਾ ਨਹੀਂ ਸੀ। ਜੇ ਇੱਦਾਂ ਦੀ ਪਰਵਰਿਸ਼ ਸੀ ਤੇ ਇਹ ਵੀ ਸਿਖਾਉਣਾ ਸੀ ਕਿ ਧਰਮ ਨਿਭਾਈਦਾ ਕਿਵੇਂ ਹੈ, ਇਹ ਵੀ ਦੱਸਣਾ ਸੀ। ਫਿਰ ਨਾਲ ਇਹ ਵੀ ਦੱਸ, ਕਿਉਂਕਿ ਸਿੱਖਣਾ ਤੇ ਉਹਨੇ ਸਾਰਾ ਕੁਝ ਸਾਡੇ ਤੋਂ ਹੀ ਹੈ। ਮਾਂ ਤੋਂ ਸਿੱਖੇਗਾ, ਪਿਤਾ ਤੋਂ ਸਿੱਖੇਗਾ, ਘਰ ਵਿਚਲੇ ਵੱਡਿਆਂ ਤੋਂ ਸਿੱਖੇਗਾ। ਜੇ ਮਾਂ ਹੀ ਆਪਣੇ ਮਾਂ ਪਿਓ ਦੀ ਸੇਵਾ ਤੋਂ ਹੱਥ ਖੜੇ ਕਰੀ ਫਿਰਦੀ ਤੇ ਕੱਲ ਨੂੰ ਬੱਚਾ ਕਰੇਗਾ। ਜੇ ਪਿਤਾ ਹੀ ਕਹੀ ਜਾਂਦਾ ਵੀ ਇਹਨਾਂ ਨੂੰ ਲਾ ਦਿਓ ਇੱਕ ਪਾਸੇ, ਤੇ ਫਿਰ ਬਾਪੂ ਨਾਲ ਇੰਨਾ ਕੁ ਸੋਚ ਕੇ ਚੱਲੇ ਵੀ ਕੱਲ ਨੂੰ ਮੈਨੂੰ ਵੀ ਇੱਕ ਪਾਸੇ ਹੀ ਲਾਉਣਾ ਇਹਨੇ। ਸਿੱਖਣਾ ਤੇ ਸਾਡੇ ਕੋਲੋਂ ਹੀ ਹੈ। ਜੇ ਅਸੀਂ ਆਪਣੇ ਮਾਂ-ਬਾਪ ਨੂੰ ਨਾ ਸੰਭਾਲ ਸਕੇ ਤੇ ਕੱਲ ਨੂੰ ਆਪਣੇ ਸੰਭਾਲਣ ਦੀ ਆਸ ਵੀ ਛੱਡ ਦਈਏ ਵੀ ਕੱਲ ਨੂੰ ਸਾਨੂੰ ਸਾਂਭਣਗੇ, ਨਹੀਂ। ਜੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸੰਭਾਲਣ, ਤੇ ਪਹਿਲੋਂ ਆਪ ਅਸੀਂ ਸਾਂਭਣੇ ਸਿੱਖ ਲਈਏ। ਨਹੀਂ ਤੇ ਬਾਪੂ ਇੱਕ ਨੁਕਰੇ, ਬੇਬੇ ਦੂਜੇ ਪਾਸੇ, ਤੇ ਔਲਾਦ ਇੱਕ ਪਾਸੇ। ਅਸੀਂ ਆਪਣੀ ਔਲਾਦ ਨਾਲ ਤੇ ਪਿਆਰ ਕਰਦੇ ਹਾਂ, ਬਸ ਇੰਨਾ ਕੁ ਸੋਚ ਲਿਆ ਕਰੋ ਵੀ ਸਾਨੂੰ ਸਾਡੇ ਬੱਚੇ ਪਿਆਰੇ ਨੇ, ਅਸੀਂ ਵੀ ਤੇ ਕਿਸੇ ਦੇ ਬੱਚੇ ਆ ਨਾ, ਕੀ ਉਹਨਾਂ ਨੂੰ ਅਸੀਂ ਪਿਆਰੇ ਨਾ ਹੋਵਾਂਗੇ? ਫਿਰ ਉਹਨਾਂ ਤੋਂ ਪਾਸਾ ਵੱਟਣ ਦਾ ਕੀ ਕਾਰਨ ਹੈ?
बस ਇਹਦੇ ਉੱਤੇ ਇੱਕ ਬੈਠ ਕੇ ਅਸੀਂ ਵਿਚਾਰ ਖੁਦ ਕਰਨੀ ਕਿ ਬਾਲਕ ਤੇ ਬੁੱਧੀ ਅਚੇਤ ਰੱਖ ਕੇ ਨਾ ਤੁਰੇ ਚੱਲੀਏ, ਥੋੜਾ ਜਿਹਾ ਸੋਝੀ ਰੱਖਦੇ ਹਾਂ। ਜਿੱਥੇ ਅਸੀਂ ਦੁਨਿਆਵੀ ਗਿਆਨ ਆਪਣੀ ਔਲਾਦ ਨੂੰ ਦਿੰਦੇ ਹਾਂ, ਬੜੀ ਮੁਬਾਰਕ ਬਾਤ ਹੈ, ਬੱਚਿਆਂ ਨੂੰ ਪੜ੍ਹਾਓ, ਚੰਗੀ ਸਟੱਡੀ ਦਿਓ, ਚੰਗੀ ਐਜੂਕੇਸ਼ਨ ਦਿਓ। ਜਿੱਥੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣੀ ਹੈ, ਵੈਲ ਐਜੂਕੇਟ ਅਸੀਂ ਉਹਨਾਂ ਨੂੰ ਕਰਨਾ ਹੈ, ਉੱਥੇ ਨਾਲ ਨਾਲ ਉਹਨਾਂ ਨੂੰ ਆਪਣੇ ਵਿਰਾਸਤ ਦੇ ਤੋਂ ਕਿਤੇ ਸੱਖਣੇ ਨਾ ਅਸੀਂ ਰੱਖੀਏ, ਆਪਣੀ ਵਿਰਾਸਤ ਦਸੀਏ ਵੀ ਪੁੱਤਰਾ ਸਾਡੀ ਵਿਰਾਸਤ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਹੁਣੀ ਨੇ। ਸਾਡੀ ਵਿਰਾਸਤ ਬੰਦਾ ਸਿੰਘ ਬਹਾਦਰ ਹੈ, ਸਾਡੀ ਵਿਰਾਸਤ ਬਾਬਾ ਦੀਪ ਸਿੰਘ ਜੀ ਨੇ, ਸਾਡੀ ਵਿਰਾਸਤ ਭਾਈ ਸਿੱਖੀ ਜਾਂਦਾ ਹੈ। ਪਰ ਆ ਅਸਲ ਵਿੱਚ ਜਿਹੜੀ ਵਿਰਾਸਤ ਸੀ ਇਹਦੇ ਤੋਂ ਅਸੀਂ ਪਾਸੇ ਕਰ ਲਏ। ਕਿਸੇ ਤੇ ਬੱਚੇ ਨੂੰ ਸਕੂਲ ਵਿੱਚ ਕਾਲਜ ਵਿੱਚ ਪੜ੍ਹਾਈ ਜਾਂਦੇ ਨੇ, ਕਿਹੜੇ ਸਕੂਲ ਤੇ ਕਾਲਜ ਵਿੱਚ ਬੱਚੇ ਨੂੰ ਦੱਸਿਆ ਕਿ ਇੱਕ ਜੰਡ ਦਾ ਰੁੱਖ ਉਹ ਵੀ ਹੈ ਜਿੱਥੇ ਲਛਮਣ ਸਿੰਘ ਧਾਰੋਵਾਲ ਨੂੰ ਸਾੜਿਆ। ਸਾਡੀ ਵਿਰਾਸਤ ਤੇ ਇਹ ਸੀ, ਅਸੀਂ ਕੀ ਦੱਸਿਆ ਜਾਂ ਕਾਲਜ ਦੇ ਵਿੱਚ ਸਕੂਲਾਂ ਦੇ ਵਿੱਚ ਕੀ ਪੜ੍ਹਾਇਆ? ਸਾਡੀ ਵਿਰਾਸਤ ਤੇ ਸੀ ਭਾਈ ਮਤੀ ਦਾਸ, ਸਾਡੀ ਵਿਰਾਸਤ ਸੀ ਭਾਈ ਦਇਆਲਾ ਜੀ, ਸਾਡੀ ਵਿਰਾਸਤ ਤੇ ਭਾਈ ਸਤੀ ਦਾਸ ਹੈ। ਤੇ ਪੜ੍ਹਾਇਆ ਕੀ ਗਿਆ, ਸਮਝਾਇਆ ਕੀ ਗਿਆ? ਹੁਣ ਜੋ ਕੁਝ ਉਹਨੂੰ ਸਕੂਲੋਂ ਪੜ੍ਹਾਇਆ ਉਹ ਤੇ ਉਹਨੇ ਪੜ੍ਹ ਲਿਆ, ਅਸੀਂ ਘਰੋਂ ਕੀ ਪੜ੍ਹਾਇਆ ਹੈ? ਅਸੀਂ ਜੇ ਉਹਨੂੰ ਬਾਹਰੋਂ ਨਹੀਂ ਕਿਸੇ ਨੇ ਦੱਸਿਆ, ਸਾਡਾ ਫਰਜ਼ ਤੇ ਬਣਦਾ ਸੀ ਨਾ ਮਾਂ-ਬਾਪ ਹੋਣ ਦੇ ਨਾਤੇ ਵੀ ਅਸੀਂ ਦੱਸ ਦੇ ਪੁੱਤਰਾ ਜੋ ਤੂੰ ਪੜ੍ਹ ਰਿਹਾ ਇਹ ਤੇਰੇ ਸਕੂਲ ਦਾ ਗਿਆਨ ਹੈ, ਪਰ ਇਹ ਵਿਰਾਸਤ ਨਹੀਂ ਹੈ। ਮਤਾਂ ਕਿਤੇ ਕੱਲ ਨੂੰ ਇਹਨਾਂ ਦੇ ਰਸਤਿਆਂ ਤੇ ਤੁਰ ਪਈ। ਸਾਡੀ ਵਿਰਾਸਤ ਤੇ ਮਤੀ ਦਾਸ ਜੀ ਹੁਣਾਂ ਵਰਗੀ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਦੇ ਮਾਲਕ ਹਾਂ, ਅਸੀਂ ਇਹਨਾਂ ਦੀ ਵਿਰਾਸਤ ਦੇ ਮਾਲਕ ਨਹੀਂ ਹਾਂ। ਤੇ ਕਿਉਂ ਨਾ ਬੱਚੇ ਦੀ ਪਰਵਰਿਸ਼ ਚੰਗੀ ਹੁੰਦੀ, ਪਰ ਅਫਸੋਸ ਜੋ ਉਹਨੂੰ ਪੜ੍ਹਾਇਆ ਉਹ ਉਹਨੇ ਪੜ੍ਹ ਲਿਆ, ਜੋ ਪੜ੍ਹਿਆ ਉਹ ਰਸਤੇ ਤੇ ਚੱਲ ਪਿਆ। ਤੇ ਕਮੀ ਸਾਡੇ ਵਿੱਚ ਹੈ, ਕਿਸੇ ਦੂਜੇ ਵਿੱਚ ਨਹੀਂ, ਕਿਉਂਕਿ ਅਸੀਂ ਦੱਸ ਨਹੀਂ ਸਕੇ ਵੀ ਆ ਵੀ ਇੱਕ ਰਾਹ ਹੈ ਜਿਹੜਾ ਧਰਮ ਵੱਲ ਨੂੰ ਤੁਰਦਾ, ਜਿਹੜਾ ਚੰਗੇ ਪਾਸੇ ਜਾਂਦਾ ਹੈ। ਖੈਰ ਮਾਲਕ ਜੀ ਕਹਿੰਦੇ ਕਿ ਸਮਾਜ ਉੱਤੇ ਰਹਿੰਦਿਆਂ ਹੋਇਆਂ, ਸੰਸਾਰ ਉੱਤੇ ਰਹਿੰਦਿਆਂ ਹੋਇਆਂ ਕੀ ਬਣਿਆ? ਕਹਿੰਦੇ ਖੀਰ ਪੀਐ ਖਿਲਾਈਐ ਵਣਜਾਰਿਆ ਮਿੱਤਰਾ। ਮਾਤਾ ਨੇ ਦੁੱਧ ਪਿਆਇਆ, ਖਿਡਾਇਆ, ਉਹ ਖੇਡਾਂ ਵਿੱਚ ਮਸਤ ਹੈ। ਔਰ ਇੰਨਾ ਕੁ ਖੇਡਾਂ ਵਿੱਚ ਮਸਤ ਹੋ ਗਿਆ ਕਿ ਉਹ ਮਾਤਾ ਤੇ ਪਿਤਾ ਦੇ ਹੇਤ ਵਿੱਚ ਲੱਗ ਗਿਆ, ਪਰਿਵਾਰ ਦੇ ਹੇਤ ਵਿੱਚ ਲੱਗ ਗਿਆ। ਪਰ ਪਰਿਵਾਰ ਦੇ ਹੇਤ ਵਿੱਚ ਲੱਗਾ ਹੋਇਆ ਜੋ ਅਸਲ ਰਸਤਾ ਸੀ ਉਸ ਰਸਤੇ ਤੋਂ ਖੁੰਝ ਗਿਆ, ਜਾਂ ਮਾਂ-ਬਾਪ ਨੇ ਹੀ ਅਜੇ ਉਸ ਰਸਤੇ ਵਾਲੇ ਪਾਸੇ ਨਹੀਂ ਤੁਰਨ ਦਿੱਤਾ। ਜਿਵੇਂ ਇੱਕੋ ਉਦਾਹਰਨ ਰੱਖਣੀ, ਨਿੱਕਾ ਬੱਚਾ ਨਾ ਕਈ ਵਾਰ ਮਾਂ-ਬਾਪ ਨਾਲ ਜਿੱਦ ਕਰਦਾ, ਜਦੋਂ ਉਹ 6-7 ਸਾਲਾਂ ਦਾ ਹੁੰਦਾ ਵੀ ਮਾਤਾ ਜਾਂ ਪਿਤਾ ਜੀ ਮੈਂ ਵੀ ਅੰਮ੍ਰਿਤ ਛਕਣਾ। ਉਹਨੂੰ ਪਤਾ ਨਹੀਂ ਵੀ ਕੀ ਹੈ ਤੇ ਕੀ ਨਹੀਂ, ਪਰ ਉਹ ਕਹਿ ਰਿਹਾ ਮੈਂ ਵੀ ਛਕਣਾ। ਅਸੀਂ ਪਤਾ ਕੀ ਕਹਿੰਦੇ, ਤੂੰ ਅਜੇ ਨਿੱਕਾ ਹੈ, ਤੂੰ ਅਜੇ ਨਿੱਕਾ ਹੈ, ਤੈਨੂੰ ਨਹੀਂ ਪਤਾ, ਜਦੋਂ ਵੱਡਾ ਹੋਏਗਾ ਫਿਰ ਛਕ ਲਈ। ਉਹ ਵੱਡਾ ਹੋ ਕੇ ਕਿਹਨੇ ਛਕਣਾ ਮੁੜ ਕੇ? ਫਿਰ ਕੀ ਹੁੰਦਾ? ਫਿਰ ਅਸੀਂ ਕਹਿੰਦੇ ਆ ਪੁੱਤਰਾ ਚੰਗੇ ਪਾਸੇ ਆ ਜਾ, ਆ ਕਿਹੜੇ ਨਸ਼ਿਆਂ 'ਚ ਲੱਗ ਗਿਆ, ਇਹ ਰਾਹ ਨਹੀਂ ਹੈ। ਫਿਰ ਅਸੀਂ ਕਹਿੰਦੇ ਆ, ਹੁਣ ਉਹ ਕਹਿੰਦਾ ਵੀ ਨਹੀਂ, ਹੁਣ ਮੈਂ ਨਹੀਂ ਆਉਣਾ। ਜਦੋਂ ਉਹ ਕਹਿੰਦਾ ਸੀ ਮੈਨੂੰ ਇਸ ਰਾਹ ਤੇ ਲਾਓ, ਅਸੀਂ ਕਿਹਾ ਤੂੰ ਨਿੱਕਾ ਹੈ। ਜਿੱਦਣ ਉਹ ਵੱਡਾ ਹੋ ਗਿਆ ਹੁਣ ਅਸੀਂ ਉਹਨੂੰ ਕਹਿੰਦੇ ਆ ਸਾਡੇ ਰਾਹ ਤੇ ਚੱਲ, ਹੁਣ ਕਹਿੰਦਾ ਵੀ ਨਹੀਂ ਹੁਣ ਮੈਂ ਵੱਡਾ। ਹੁਣ ਅਸੀਂ ਨਹੀਂ ਉਹਨੂੰ ਕਹਿ ਰਹੇ ਵੀ ਉਹ ਵੱਡਾ ਹੈ, ਉਹ ਖੁਦ ਕਹਿ ਰਿਹਾ ਵੀ ਹੁਣ ਮੈਂ ਵੱਡਾ, ਮੈਂ ਆਪਣੀ ਮਰਜ਼ੀ ਕਰਾਂਗਾ। ਫਿਰ ਉਦੋਂ ਨਸ਼ਿਆਂ ਵਿੱਚ ਗਲਤਾਨ ਹੋ ਗਿਆ। ਕੋਸ਼ਿਸ਼ ਪਤਾ ਕੀ ਕਰੀਏ, ਜਦੋਂ ਬੱਚਾ ਕਹੇ, ਚਾਹੇ ਉਹ 6 ਸਾਲਾਂ ਦਾ, 7 ਸਾਲਾਂ ਦਾ, 4 ਦਾ, 5 ਦਾ, ਗੁਰੂ ਅੱਗੇ ਅਰਦਾਸ ਕਰਕੇ ਨਾ ਉਹਨੂੰ ਖੰਡੇ ਕੀ ਪਹੁਲ ਲੈ ਦਿਓ, ਲੈ ਦਿਓ, ਚਾਹੇ ਉਹ ਜਿੱਦਾਂ ਦਾ ਮਰਜ਼ੀ ਹੈ, ਨਿੱਕਾ ਹੈ ਵੱਡਾ ਹੈ, ਤੇ ਇੰਨੀ ਅਰਦਾਸ ਕਰਿਓ
कि सतगुरु जी जे बाणा देण लगे हो ना तो बाणा संभालण दा बल भी तुसीं देना, संभालण दा बल भी तुसीं देना है। और इनू बाणा सामभना आ जाए, जदों उस मुताबक परवरिश होएगी ना, फिर वड्डियां होके सानू हाड़ ही नहीं कढ़ने पैने भी राह चंगे ते आ जा, फिर वो चंगे राह ते आपे ही तुरेगा। बस साडे च कमी इत्थे आके रुक आ जाती भी असीं उहनूं कह दिंदे तू निक्का है, तू अजे नहीं सकना, जो वड्डा होएगा ना फिर सकी, तैनूं नहीं पता संभालना बड़ा औखा है। वो भी डर जांदा भी पता नहीं किड्डा औखा। इसलिए ये असीं जरूर सोच के समझ के चलीए कि असीं अपनी औलाद नूं उन्हां दा भविख किदां दा चाहुंदे आ। खैर कहंदे खीर पियाया, खीर मतलब दुध पियाया, खिलाई है, उन्होंने खिडाया भी, वणजारिया मित्रा हे सौदागर, मात पिता सुत हेत, माता दा ते पिता दा अपनी औलाद नाल हेत बहुत है। मात पिता सुत नेह कनेरा, माया मोह सबाई, संजोगी आया किरत कमाया, करनी कार कराई। मात पिता सुत नेह कनेरा, नेह बहुत है, खेड किहदी है सारी, माया मोह सबाई, ये माया दे मोह दी खेड है। ते इस माया दे मोह दी खेड बारे सतगुरु दसदे, कहंदे संजोगी आया, संजोग होया ना, तो जिन्हों आप पढ़ते भी सारे माता पिता इस्त्री पुरुष बच्चे बच्चियां दोस्त मित्र ये सारे संजोगी ने, इन्हां दा आपस में संजोग हो रहा। इसे तरह औलाद भी की है, संजोग। औलाद कदे भी अपनी मर्जी नाल मां बाप नहीं चुनती, संजोग हुंदा, मतलब रब जी वालों बख्शिश है। इसे तरह मां बाप कदे औलाद अपनी मर्जी नाल नहीं चुनते, की हुंदा, संजोग, जिद्दां दी रब दात बख्श दवे। हुण ये की है, मालिक कहंदे संजोगी आया, संजोग सदका मिल गया, औलाद मिल गई। हुण संजोग सदका जिहड़ी औलाद मिली है, हुण उन्हें की करना, करनी कार कमाई। करनी तो अपनी ही है ना, किरत ते अपनी है, कर्म ते अपने ही ने, कर्म किसी दूजे दे नहीं, कर्म अपने ने। संजोग है बस भी ये मेरी मां ते ये पिता, ये मेरी बच्ची है ते ये मेरा बच्चा, ये संजोग है। पर इस संजोग तो बाद हुण बच्चे दे कर्म असी नहीं करने, बच्ची दे कर्म असी नहीं करने, या माता दे पिता दे कर्म बच्चे ने नहीं करने। मां ने अपना कर्म कमाउणा, पिता ने अपना कमाउणा, बच्ची ने अपना कमाउणा ते बच्चे ने अपना कमाउणा, ते भोगणगे की, जो जो कर्म कमा रहे। जो बच्चा कर्म कमा रहा ਉਹਦਾ फल भोगेगा, जो बच्ची कर्म कमा रही है ਉਹਦਾ फल भोगेगी, जो मां कर्म कमा रही है ਉਹਦਾ फल ले लेगी, जो पिता कर्म कमा रहे हो पिता ਨੂੰ फल मिल जाना। ਇਹ ਤੇ ਹੈ नहीं भी मां कर्म कमावे फल बच्ची ਨੂੰ मिली जाए, या बच्चा कर्म कमावे ते कवे फल मेरे पिता ਨੂੰ दे दिओ, इदां हो जाएगा। जिवें आपां रूटीन विच वेखदे आ, परिवार दे अंदर जे दो बच्चे ना, ते एक चंगा पढ़दा ते दूजा नहीं, ते फिर असीं पता की कहने भी एक ते चंगा वधिया दिमाग बड़ा इहदा, पर दूजा खेडां च ही लगा, उहनूं ख्याल ही कोई नहीं भी पढ़ना भी चाहिदा। हुण पेपर जिहड़ा वधिया दे के आएगा, नंबर भी तो उसे दे ही वधिया आउणगे ना, दूजा ते ਇਹ ਤੇ ਹੋਣਾ नहीं भी ਜਿਹੜਾ ਵਧੀਆ पढ़दा ਉਹਨੂੰ ਕਵਾਂਗੇ भी ਇਹਦਾ भी दे आ, ਜਾਂ ਉਹ ਵਧੀਆ ਪੜਨ ਵਾਲਾ ਦਾ ਜਿਹੜਾ ਪੇਪਰ ਹੈ ਉਹਦੀ ਪ੍ਰੀਖਿਆ ਦੇ ਨੰਬਰ ਦੂਜੇ ਨੂੰ ਮਿਲ ਜਾਣ, ਇਦਾਂ ਹੋ ਸਕਦਾ? ਜੇ ਸਕੂਲ ਵਿੱਚੋਂ ਹੀ ਨੰਬਰ ਦੂਜੇ ਨੂੰ ਨਹੀਂ ਮਿਲ ਸਕਦੇ, ਇੱਕੋ ਸਕੂਲ 'ਚ ਪੜ੍ਹਦੇ ਇੱਕੋ ਜਮਾਤ 'ਚ ਪੜ੍ਹਦੇ ਹੋਣ,
ਤੇ ਦੂਜੇ ਨੂੰ ਨੰਬਰ ਨਹੀਂ ਮਿਲ ਸਕਦੇ, ਤੇ ਜ਼ਿੰਦਗੀ ਦੇ ਕਰਮਾਂ ਦਾ ਫਲ ਦੂਜੇ ਨੂੰ ਕਿਵੇਂ ਮਿਲ ਜਾਏਗਾ? ਉਹ ਤੇ ਸਾਰੀ ਜ਼ਿੰਦਗੀ ਜਿਉਣੀ, ਕਿਉਂਕਿ ਜ਼ਿੰਦਗੀ ਜਿਉਣ ਦਾ ਤਰੀਕਾ ਦੋਵਾਂ ਦਾ ਵੱਖਰਾ। ਸਕੂਲ ਵਿੱਚ ਜਮਾਤ ਇੱਕ ਹੈ, ਸਕੂਲ ਇੱਕ ਹੈ, ਵਰਦੀ ਇੱਕ ਹੈ, ਸਬਜੈਕਟ ਇੱਕ ਨੇ, ਐਗਜ਼ਾਮ ਵੀ ਇੱਕੋ ਜਿਹੇ ਨੇ, ਉਹ ਨੰਬਰ ਨਹੀਂ ਤਬਦੀਲ ਹੋਏ, ਇੱਕ ਦੇ ਜ਼ਿਆਦੇ ਤੇ ਦੂਜੇ ਦੇ ਘੱਟ, ਇੱਕ ਪਾਸ ਤੇ ਦੂਜਾ ਫੇਲ। ਹੁਣ ਆਪਾਂ ਕਹੀਏ ਵੀ ਜਿਹੜਾ ਫੇਲ ਹੈ ਉਹਨੂੰ ਪਾਸ ਵਾਲੇ ਨੰਬਰ ਮਿਲ ਜਾਣਗੇ? ਜ਼ਿੰਦਗੀ ਦੇ ਕਰਮਾਂ ਦਾ ਫਲ ਦੂਜੇ ਨੂੰ ਕਿਵੇਂ ਮਿਲ ਜਾਏਗਾ? ਇਸ ਲਈ ਸਾਹਿਬ ਕਹਿੰਦੇ ਕਰਨੀ ਕਾਰ ਕਮਾਈ, ਆਪਣੀ ਕਰਮ ਸਦਕਾ, ਆਪਣੀ ਕਰਨੀ ਦੇ ਸਦਕਾ ਜੀਵ ਕਮਾਈ ਫਿਰ ਕਰਦਾ, ਆਪਣੇ ਕਰਮਾਂ ਦਾ ਫਲ ਫਿਰ ਇਹ ਜਿਹੜਾ ਪਹਿਲੇ ਪੈਰ ਵਿੱਚ ਆਪਣੀ ਜ਼ਿੰਦਗੀ ਦੇ ਉਹ ਕਮਾਉਂਦਾ ਹੈ। ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੈ ਹੇਤ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਛੁਟੇਗਾ ਹਰ ਚੇਤ। ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਹੋਈ, ਭਾਵੇਂ ਬਾਲਕ ਬੁੱਧ ਅਚੇਤ ਹੀ ਹੈ। ਸਾਨੂੰ ਪਤਾ ਵੀ ਇਹਨੇ ਬਜ਼ੁਰਗ ਹੋਣਾ, ਸਾਨੂੰ ਪਤਾ ਵੀ ਇਹਨੇ ਜਵਾਨੀ ਤੱਕ ਪਹੁੰਚਣਾ ਹੈ। ਜੇ ਰੱਬ ਨੂੰ ਚੇਤੇ ਅਸੀਂ ਬਚਪਨ ਵਿੱਚ ਹੀ ਨਾ ਕਰਾ ਸਕੇ, ਮੰਨ ਲਓ ਰੱਬ ਨਾ ਕਰੇ ਬੱਚੇ ਨੂੰ ਨਿੱਕੀ ਉਮਰ ਹੀ ਲੈ ਜਾਏ, ਸਫਲਾ ਹੋ ਜਾਏਗਾ? ਬਾਪੂ ਜੀ ਦੀ ਬਾਣੀ ਪੜ੍ਹਦੇ ਨਾ ਆਪਾਂ ਕਿ ਹਰੀ ਨਾਹੀ ਡਾਡੂਰੀ, ਪੱਕੀ ਵੱਢਣ ਹਾਰ। ਉਹ ਭਾਵੇਂ ਹਰੀ ਵੱਢ ਲਏ, ਭਾਵੇਂ ਡਡੂਰੀ ਵੱਢੇ, ਤੇ ਭਾਵੇਂ ਪੱਕੀ ਵੱਢੇ, ਮਰਜ਼ੀ ਕਿਹਦੀ? ਜਿਹਨੇ ਫਸਲ ਬੀਜੀ। ਹਰੀ ਮਤਲਬ ਬੱਚਾ, ਡਡੂਰੀ ਮਤਲਬ ਅੱਧ ਖੜ, ਨਾ ਬੱਚਾ, ਨਾ ਬਜ਼ੁਰਗ ਤੇ ਨਾ ਜਵਾਨ, ਤੇ ਪੱਕੀ ਜਿਹੜਾ ਐਨ ਪੱਕ ਗਿਆ, ਹੁਣ ਬਜ਼ੁਰਗ ਹੋ ਗਿਆ। ਉਹ ਤੇ ਜਦੋਂ ਜਾਂਦਾ ਉਦੋਂ ਤੇ ਕਹਿੰਦੇ ਵੀ ਚਲੋ ਉਮਰ ਭੋਗ ਕੇ ਗਿਆ। ਜਦੋਂ ਡਡੂਰਾ ਜਾਂਦਾ, ਕੋਈ ਡਡੂਰੀ ਫਸਲ ਲੈ ਜੇ, ਫਿਰ ਅਸੀਂ ਕਹਿੰਦੇ ਆ ਅਜੇ ਸਮਾਂ ਤੇ ਨਹੀਂ ਸੀ ਪਰ ਰੱਬ ਦੀ ਰਜ਼ਾ। ਤੇ ਦੂਜੇ ਪਾਸੇ ਜੇ ਹਰੀ ਨੂੰ ਹੀ ਲੈ ਜਾਏ ਤੇ ਫਿਰ ਜੇ ਇਹਨੇ ਜ਼ਿੰਦਗੀ ਦਾ ਵੇਖਿਆ ਹੀ ਕੀ ਸੀ? ਫਿਰ ਸਾਡੇ ਸਵਾਲ ਤੇ ਗੱਲਾਂ ਇਦਾਂ ਦੀਆਂ। ਪਰ ਮਾਲਕ ਕਹਿੰਦੇ ਪ੍ਰਾਣੀ ਇਹ ਖਿਆਲ ਰੱਖ, ਰਾਮ ਨਾਮ ਬਿਨ ਮੁਕਤ ਨਾ ਹੋਈ। ਬੁੱਢੀ ਦੂਜਾ ਹੇਤ, ਡੁੱਬ ਗਈ ਦਵੈਤ ਭਾਵ ਵਿੱਚ ਫਸੀ ਹੋਈ ਇਹ ਜੀਵ ਇਸਤਰੀ, ਜਿਨਨੇ ਆਪਣੀ ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ ਹੀ ਰੱਬ ਨੂੰ ਚੇਤੇ ਨਹੀਂ ਕੀਤਾ, ਜਿਨਨੇ ਜ਼ਿੰਦਗੀ ਦਾ ਪਹਿਲਾ ਪਹਿਰ ਹੀ ਅਜਾਈਂ ਗਵਾ ਲਿਆ। ਆਪਾਂ ਇੱਕ ਅੰਗਰੇਜ਼ੀ ਦਾ ਅਖਾਣ ਹੈ, ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ। ਜਿਨਨੇ ਪਹਿਲਾ ਪਹਿਰ ਹੀ ਗਵਾ ਲਿਆ ਉਹ ਲਾਸਟ ਵਾਲਾ ਕੀ ਸਵਾਰੇਗਾ? ਭਰੋਸਾ ਹੈ? ਅਸੀਂ ਕਿਸੇ ਉੱਤੇ ਪ੍ਰਭਾਵ ਪਾਉਣਾ ਹੋਵੇ ਨਾ, ਸੋਚਦੇ ਆ ਵੀ ਪਹਿਲੇ ਦਿਨ ਮੇਰਾ ਪ੍ਰਭਾਵ ਚੰਗਾ ਪੈ ਜੇ। ਜੋ ਪਹਿਲੇ ਦਿਨ ਪ੍ਰਭਾਵ ਰਹੇਗਾ ਉਹ ਅਖੀਰ ਤੱਕ ਹੀ ਰਹਿਣਾ, ਜਿੱਦਾਂ ਦਾ ਮਰਜ਼ੀ ਹੋ ਜੇ। ਜੋ ਪ੍ਰਭਾਵ ਪਹਿਲੇ ਦਿਨ ਪੈ ਗਿਆ ਉਹ ਅਖੀਰ ਤੱਕ ਰਹੇਗਾ। ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਪਹਿਰ ਹੀ ਗਵਾ ਲਿਆ, ਉਹ ਅਖੀਰ 'ਚ ਜਾ ਕੇ ਕੀ ਸਵਾਰੇਗਾ? ਗਵਾ ਲਿਆ ਉਹਨੇ ਤੇ ਪਹਿਲੋਂ ਇੰਪ੍ਰੈਸ਼ਨ, ਫਸਟ ਇੰਪ੍ਰੈਸ਼ਨ ਹੀ ਉਹ ਮਾੜਾ ਪਾ ਗਿਆ, ਪ੍ਰਭਾਵ ਹੀ ਮਾੜਾ ਪਾ ਗਿਆ। ਹੁਣ ਉਸ ਤੋਂ ਬਾਅਦ ਚੋਂ ਲੱਖ ਚੰਗਾ ਬਣਨ ਦੀ ਕੋਸ਼ਿਸ਼ ਕਰੇ, ਨਜ਼ਰਾਂ 'ਚ ਤਸਵੀਰ ਕੀ ਹੈ? ਇਹ ਚੰਗਾ ਨਹੀਂ। ਫਿਰ ਉਹ ਚੰਗਾ ਵੀ ਕਰੇਗਾ ਨਾ, ਅਸੀਂ ਕੀ ਕਹਿਣਾ? ਵੀ ਇਹ ਪੱਕਾ ਕਿਸੇ ਨਾ ਕਿਸੇ ਸ਼ਾਤਰਤਾ ਵਿੱਚ ਹੈ, ਇਹ ਚਲਾਕੀ ਕਰਦਾ ਪਿਆ। ਉਹ ਭਾਵੇਂ ਲੱਖ ਚੰਗਾ ਕਰੀ ਜਾਏ, ਲੱਖ ਯਤਨ ਕਰੀ ਜਾਏ, ਪਰ ਸਾਡੀ ਸੋਚ ਨਹੀਂ ਹੁਣ ਉਹ ਬਦਲ ਸਕਦਾ, ਕਿਉਂਕਿ ਸਾਡੀਆਂ ਨਜ਼ਰਾਂ 'ਚ ਪਹਿਲੀ ਤਸਵੀਰ ਉਹਦੀ ਮਾੜੀ ਬਣ ਗਈ। ਤੇ ਦੂਜੇ ਪਾਸੇ ਜੇ ਪਹਿਲਾ ਪ੍ਰਭਾਵ ਚੰਗਾ ਪੈ ਜਾਏ ਤੇ ਫਿਰ ਉਦੋਂ ਬਾਅਦ ਚੋਂ ਮਾੜਾ ਹੀ ਕਰੀ ਜਾਏ, ਅਸੀਂ ਕਵਾਂਗੇ ਇਹਦੇ ਪਿੱਛੇ ਵੀ ਕੋਈ ਮਜਬੂਰੀ ਹੋਣੀ, ਇਹ ਮਾੜਾ ਨਹੀਂ ਹੈ, ਬੜਾ ਚੰਗਾ ਬੰਦਾ, ਕਿਉਂਕਿ ਉਹਦਾ ਪਹਿਲੀ ਤਸਵੀਰ ਸਾਡੀਆਂ ਨਜ਼ਰਾਂ 'ਚ ਚੰਗੀ ਹੈ। ਤੇ ਜਿਸ ਬੰਦੇ ਨੇ, ਜਿਸ ਇਨਸਾਨ ਨੇ, ਜਿਹਦੀ ਅੱਜ ਸਾਹਿਬ ਦੀ ਬਾਤ ਕਰ ਰਹੇ, ਜ਼ਿੰਦਗੀ ਦਾ ਪਹਿਲਾ ਪਹਿਰ ਰਾਮ ਦੇ ਨਾਮ ਤੋਂ ਬਿਨਾਂ ਗੁਜ਼ਾਰਿਆ, ਉਹਦਾ ਪ੍ਰਭਾਵ ਕੀ ਹੋਏਗਾ? ਵੀ ਇਹ ਸਾਰੀ ਜ਼ਿੰਦਗੀ
ਇਦਾਂ ਹੀ ਗੁਜ਼ਾਰੇਗਾ। ਉਹ ਬਦਲ ਸਕਦਾ ਹੈ? ਨਹੀਂ। ਸਾਹਿਬ ਜੀ ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੈ ਹੇਤ। ਦੂਜੇ ਹੇਤ ਵਿੱਚ ਦਵੈਤ ਭਾਵ ਵਿੱਚ ਜੀਵ ਇਸਤਰੀ ਡੁੱਬ ਗਈ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ। ਪ੍ਰਾਣੀ ਪਹਿਲੇ ਪਹਿਰੇ, ਜ਼ਿੰਦਗੀ ਦੇ ਰਹਿਣ ਰਾਤ ਦੇ ਪਹਿਲੇ ਪਹਿਰ ਵਿੱਚ ਛੂਟੇਂਗਾ। ਹਰ ਚੇਤ, ਰੱਬ ਨੂੰ ਚੇਤੇ ਕੀਤੇ ਬਿਨਾ ਤੇਰਾ ਛੁਟਕਾਰਾ ਨਹੀਂ ਹੋਣਾ। ਦੂਜੈ ਪਹਿਰ ਰੈਣਕ ਵਨਜ਼ਾਰਿਆ ਮਿੱਤਰਾ, ਪਰ ਜੋਬਨ ਮੈਂ ਮਤ। ਅਹਨਸ ਕਾਮ ਵਿਆਪਿਆ ਵਨਜ਼ਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿਤ। ਸਾਹਿਬ ਨੇ ਉਹੀ ਬਾਤ ਪ੍ਰਕਰਨ ਰੱਖਿਆ ਵੀ ਪਹਿਲੋਂ ਅਸੀਂ ਕਹਿੰਦੇ ਰਹੇ ਵੀ ਅਜੇ ਬੱਚਾ ਹੈ, ਹੁਣ ਉਹ ਮੈਂ ਦੇ ਮੱਤ ਵਿੱਚ ਗਲਤਾਨ ਹੋ ਗਿਆ, ਮਸਤ ਹੋ ਗਿਆ ਨਾ। ਕਹਿੰਦੇ ਦੂਜਾ ਪਹਿਰ ਜ਼ਿੰਦਗੀ ਦੀ ਰਾਤ ਦਾ ਸ਼ੁਰੂ ਹੋ ਗਿਆ, ਤੇ ਦੂਜੇ ਪਹਿਰ ਵਿੱਚ ਜ਼ਿੰਦਗੀ ਦੇ ਰਾਤ ਰੂਪੀ ਪਹਿਰ ਵਿੱਚ ਕੀ ਬਣਿਆ? ਭਰ ਜੋਬਨ, ਐ ਚੜ੍ਹਦੀ ਜਵਾਨੀ ਵਾਲਾ ਪ੍ਰਾਣੀ ਹੋ ਗਿਆ। ਹੁਣ ਇਸ ਚੜ੍ਹਦੀ ਹੋਈ ਜਵਾਨੀ ਵਿੱਚ ਕੀ ਹੈ? ਮੈਂ ਮਤ। ਹੁਣ ਮੈਂ ਦੇ ਆਪਣਤ ਦੇ ਨਸ਼ੇ ਵਿੱਚ ਕੀ ਹੋ ਗਿਆ? ਮਤ, ਮੱਤੇ ਆ ਗਿਆ, ਮਸਤ ਹੋ ਗਿਆ। ਮੈਨੂੰ ਸਿਖਾਓਗੇ? ਮੇਰੀ ਆਪਣੀ ਜ਼ਿੰਦਗੀ ਹੈ, ਮੈਂ ਆਪਣੀ ਮਰਜ਼ੀ ਨਾਲ ਜਿਵਾਂਗਾ। ਜਵਾਨੀ ਚ ਆ ਕੇ ਇਹੀ ਕੁਛ ਹੋਇਆ ਨਾ। ਹੁਣ ਪਰਿਵਾਰ ਕਹਿੰਦਾ ਵੀ ਸਾਡੀ ਮੰਨ, ਉਹ ਕਹਿੰਦਾ ਜ਼ਿੰਦਗੀ ਮੇਰੀ ਹੈ। ਮਾਂ ਕਹਿੰਦੀ ਵੀ ਨਹੀਂ ਮੈਂ ਤੈਨੂੰ ਬੜੇ ਪਿਆਰ ਨਾਲ ਪਾਲਿਆ, ਉਹ ਕਹਿੰਦਾ ਜਿਉਣਾ ਤੇ ਮੈਂ। ਪਿਤਾ ਕਹਿੰਦਾ ਵੀ ਪੁੱਤਰਾ ਰਾਹ ਠੀਕ ਨਹੀਂ, ਮੈਂ ਭੋਗਾਂਗਾ, ਮੇਰੀ ਜ਼ਿੰਦਗੀ ਹੈ। ਹੁਣ ਮੈਂ ਦੀ ਆਪਣਤ ਦੇ ਨਸ਼ੇ 'ਚ ਕੀ ਹੋ ਗਿਆ? ਮਸਤ ਹੋ ਗਿਆ। ਜਦੋਂ ਆਪਣਤ ਦੇ ਨਸ਼ੇ ਵਿੱਚ ਮਸਤ ਹੋਇਆ, ਸਤਿਗੁਰੂ ਜੀ ਆਖਦੇ ਕਹਿੰਦੇ ਹੁਣ ਅਹਨਿਸ ਕਾਮ ਵਿਆਪਿਆ। ਹੁਣ ਦਿਨ ਰਾਤ ਕਿੱਥੇ ਫਸਿਆ ਪਿਆ? ਵਾਸ਼ਨਾਵਾਂ ਵਿੱਚ, ਵਿਕਾਰਾਂ ਦੇ ਵਿੱਚ, ਕਾਮਨਾਵਾਂ ਦੇ ਵਿੱਚ। ਹੁਣ ਪੁੱਛ ਕੇ ਵੇਖੋ ਵੀ ਕੀ ਕਰਦਾ ਅੱਜ ਕੱਲ? ਅੱਜ ਕੱਲ ਮੈਂ ਆਪਣੇ ਸੁਪਨੇ ਪੂਰੇ ਕਰ ਰਿਹਾ। ਕਾਮਨਾਵਾਂ, ਅਹਨਿਸ ਕਾਮ ਵਿਆਪਿਆ ਵਣਜਾਰ, ਅਹਨਿਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿੱਤ। ਰੱਬ ਫੇਰ ਚੇਤੇ ਨਹੀਂ ਆਇਆ। ਪਹਿਲੋਂ ਅਸੀਂ ਨਹੀਂ ਕਰਨ ਦਿੱਤਾ, ਦੂਜਾ ਹੁਣ ਉਹ ਨਹੀਂ ਕਰਦਾ। ਕਿਉਂਕਿ ਹੁਣ ਜਦੋਂ ਉਹ ਮੈਂ ਦੇ ਨਸ਼ੇ ਵਿੱਚ ਮਸਤ ਹੋਇਆ, ਮੈਂ ਦੇ ਨਸ਼ੇ ਵਿੱਚ ਮਸਤ ਹੋਇਆ, ਕੀ ਕਹਿ ਰਿਹਾ? ਮੈਂ ਜ਼ਿੰਦਗੀ ਬਣਾ ਰਿਹਾ। ਉਹ ਸਾਰੀ ਜ਼ਿੰਦਗੀ ਹੋਈ ਲੰਘ ਜਾਂਦੀ, ਬਣਦੀ ਨਹੀਂ। ਬਣੀ ਕਿਤੇ ਜ਼ਿੰਦਗੀ? 20 ਸਾਲਾਂ ਦੇ ਨੂੰ ਪੁੱਛ ਲਓ, ਕਹਿੰਦਾ ਮੈਂ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦਾ। 30 ਨੂੰ ਪੁੱਛ ਲਓ, ਉਹ ਕਹਿੰਦਾ ਮੈਂ ਜ਼ਿੰਦਗੀ ਬਣਾ ਰਿਹਾ। 40 ਵਾਲਿਆਂ ਨੂੰ ਪੁੱਛ ਲਓ ਵੀ ਜ਼ਿੰਦਗੀ ਬਣਾ ਰਿਹਾ, ਪਰ ਰਾਹ ਹੀ ਨਹੀਂ ਸਮਝ ਲੱਗਦੀ। ਉਹ 50 ਵਾਲੇ ਨੂੰ ਪੁੱਛ ਲਓ, ਉਹ ਕਹਿੰਦਾ ਮੇਰਾ ਤੇ ਕੁਛ ਨਹੀਂ ਬਣਿਆ, ਮੈਂ ਆਪਣੀ ਔਲਾਦ ਦਾ ਬਣਾ ਦਿਆਂ। ਤੇ ਉਦੋਂ ਅੱਗੇ ਜੇ ਤੇਰਾ ਕੁਛ ਨਹੀਂ ਬਣਿਆ ਤੇ ਜਿੰਨਾ ਕੁ ਤੂੰ ਗੁਜ਼ਾਰ ਲਿਆ ਉਵੇਂ ਤੇਰੀ ਔਲਾਦ ਵੀ ਗੁਜ਼ਾਰ ਲੇਗੀ। ਗੱਲ ਤੇ ਇਦਾਂ ਹੀ ਹੈ ਨਾ। ਪਰ ਕਾਮਨਾਵਾਂ ਵਿੱਚ ਹੀ ਫਸਿਆ ਰਹਿ ਗਿਆ, ਇੱਛਾਵਾਂ ਵਿੱਚ ਹੀ ਫਸਿਆ ਰਹਿ ਗਿਆ। ਮੇਰੀ ਇੱਛਾ ਹੈ ਮੈਂ ਆਹ ਕੁਝ ਕਰਨਾ, ਬੰਦਾ ਕਰੀ ਜਾਂਦਾ, ਦੌੜੀ, ਬਣਦਾ ਫੇਰ ਕੁਛ ਨਹੀਂ। ਅਹਨਿਸ ਮਤਲਬ ਦਿਨ ਰਾਤ, ਕਾਮ। ਇਹਨੂੰ ਕਾਮ ਨੂੰ ਹੁਣ ਦੋਵਾਂ ਰੂਪਾਂ ਵਿੱਚ, ਵਿਕਾਰਾਂ ਵਿੱਚ ਵੀ ਫਸਿਆ ਰਿਹਾ ਤੇ ਕਾਮਨਾਵਾਂ ਵਿੱਚ ਵੀ ਫਸਿਆ ਰਿਹਾ ਦਿਨ ਰਾਤ। ਕਿਉਂਕਿ ਸਤਿਗੁਰੂ ਦੀ ਬਾਣੀ, ਮਾਲਕ ਪਾਤਸ਼ਾਹ ਜੀ ਦਾ ਆਪਾਂ ਇੱਕ ਬਚਨ ਪੜ੍ਹਦੇ ਨਾ, ਜਦੋਂ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਨ ਪੀਨ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜ਼ਾਤ। ਹੁਣ ਵੇਖਦਾ ਸਿਰਫ ਆਪਣੀ ਇੱਛਾ ਤੱਕ ਮਤਲਬ ਹੈ। ਇਹ ਵੀ ਨਹੀਂ ਵੇਖਿਆ ਵੀ ਕੋਈ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਸਿਰਫ ਆਪਣੀ ਇੱਛਾ ਤੱਕ, ਵੀ ਮੇਰੀ ਮਰਜ਼ੀ ਪੂਰੀ ਚੱਲਣੀ ਚਾਹੀਦੀ ਹੈ, ਕਿਸੇ ਦਾ ਕੁਛ ਹੋ ਜਾਏ ਪਰ ਮੈਂ ਆਪਣੀ ਇੱਛਾ ਨਹੀਂ ਛੱਡ ਸਕਦਾ। ਤੇ ਆਪਣੀ ਇੱਛਾ ਨੂੰ ਪੂਰੀਆਂ ਕਰਨ ਲਈ
ਦੂਜੇ ਨੂੰ ਮਾਰਨਾ ਪਿਆ ਉਹ ਵੀ ਤਿਆਰ, ਦੂਜੇ ਨੂੰ ਮਾੜੇ ਰਾਹ ਤੇ ਤੋਰਨਾ ਪਿਆ ਉਹ ਵੀ ਤੋਰਤਾ। ਜੇ ਆਪਣੀ ਇੱਛਾ ਪੂਰੀਆਂ ਕਰਨ ਨੂੰ ਕਿਸੇ ਨੂੰ ਨਸ਼ੇ ਤੇ ਵੀ ਲਾਉਣਾ ਪਿਆ ਨਾ ਉਹ ਵੀ ਲਾਤਾ, ਛੱਡਿਆ। ਕਾਮ ਵਿਆਪਿਆ, ਕਾਮਨਾਵਾਂ ਵਿੱਚ ਹੀ ਫਸਿਆ ਨਾ। ਹੁਣ ਕਾਮਨਾ ਨਿਤ ਨਵੀਂ ਹੈ, ਨਿਤਾ ਪ੍ਰਤੀ ਨਵੀਂ ਇੱਛਾ ਹੈ ਤੇ ਉਹਨੂੰ ਪੂਰੀਆਂ ਕਰਨ। ਇੱਕ ਇੱਛਾ ਪੂਰੀ ਹੁੰਦੀ ਦੂਜੀ ਨੂੰ ਲੈ ਕੇ ਬਹਿ ਜਾਂਦਾ, ਦੂਜੀ ਪੂਰੀ ਹੁੰਦੀ ਤੀਜੀ ਨੂੰ ਲੈ ਕੇ ਬਹਿ, ਇੰਨੇ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਹੈ। ਤੇ ਮਾਲਕ ਕੀ ਕਹਿੰਦੇ, ਅੰਧਲੇ ਨਾਮ ਨਾ ਚਿੱਤ, ਅੰਨੇ ਨੂੰ ਰੱਬ ਦਾ ਚੇਤਾ ਫੇਰ ਨਹੀਂ ਆਇਆ। ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮੀਠੇ। ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰਹਗੇ ਝੂਠੇ। ਰਾਮ ਨਾਮ ਘਟ ਅੰਤਰ ਨਾਹੀ, ਹੁਣ ਹੈ ਨਹੀਂ ਕੋਲੇ ਕੀ ਰੱਬ ਦਾ ਨਾਮ, ਮਤਲਬ ਰੱਬ ਜੀ ਦਾ ਚਿੰਤਨ, ਰੱਬ ਜੀ ਦਾ ਗਿਆਨ, ਰੱਬ ਜੀ ਕੀ ਸੋਝੀ, ਘਟ ਅੰਤਰ ਨਾਹੀ, ਹਿਰਦੇ ਵਿੱਚ ਨਹੀਂ ਹੈ। ਹੋਰ ਜਾਣੇ, ਹੋਰ ਜਾਣਦਾ ਬਹੁਤ ਕੁਛ ਹੈ, ਰਸ ਕਸ ਮੀਠੇ, ਹੋਰ ਰਸਾਂ ਕਸਾਂ ਨੂੰ ਮਿੱਠਿਆਂ ਕਰਕੇ ਮੰਨੀ ਬੈਠਾ ਹੈ। ਕੋਈ ਕਹਦੇ ਰੱਬ ਚੇਤੇ ਕੋਲ ਹੈ, ਸਾਰੀ ਜ਼ਿੰਦਗੀ ਪਈ ਰੱਬ ਹੀ ਚੇਤੇ ਕਰਨਾ। ਆ 4 ਦਿਨ ਜ਼ਿੰਦਗੀ ਜਿਉਣ ਦੇ ਨੇ, ਆ ਜਵਾਬ ਹੈ ਇਨਸਾਨ ਦਾ। ਜੇ ਕੋਈ ਕਹਦੇ ਆ ਜਾ ਧਰਮ ਦੇ ਰਾਹ ਤੇ ਚੱਲੀਏ, ਧਰਮ ਨੂੰ ਦੇ ਧਰਮ ਅਸਥਾਨ ਤੇ, ਨਹੀਂ, ਸਮਾਂ ਨਹੀਂ, ਸਾਰੀ ਜ਼ਿੰਦਗੀ ਇਹੀ ਕੁਛ ਕਰਨਾ। ਅੱਜ ਤੇ ਜ਼ਿੰਦਗੀ ਜਿਉਣ ਦਾ ਵੇਲਾ ਹੈ। ਮਤਲਬ ਇਨਸਾਨੀ ਸੋਚ ਅਸੀਂ ਇਹ ਬਣਾ ਲਈ, ਵਿਕਾਰਾਂ ਵਿੱਚ ਗਰਸੇ ਜਾਣਾ, ਸੰਸਾਰਕ ਪਦਾਰਥਾਂ ਵਿੱਚ ਮਸਤ ਹੋ ਜਾਣਾ, ਸੰਸਾਰਕ ਪਦਾਰਥਾਂ ਨੂੰ ਮੰਨਣਾ, ਇਹ ਜ਼ਿੰਦਗੀ ਹੈ। ਅਸੀਂ ਆਹ ਸੋਚ ਬਣਾਤੀ। ਅਸੀਂ ਇਹ ਸੋਚ ਨਹੀਂ ਬਣਾ ਸਕੇ ਕਿ ਚੰਗੀਆਂ ਵਿਚਾਰਾਂ ਰੱਖਣੀਆਂ, ਚੰਗਾ ਜੀਵਨ ਜਿਉਣਾ, ਵਿਕਾਰਾਂ ਤੋਂ ਪਾਸੇ ਰਹਿ ਕੇ, ਨਸ਼ੇ ਤੋਂ ਪਾਸੇ ਰਹਿ ਕੇ, ਚੰਗੇ ਰਾਹ ਤੇ ਚੱਲ ਕੇ ਵੀ ਜ਼ਿੰਦਗੀ ਜਿਉਂਦੇ ਨੇ। ਅਸੀਂ ਇਹ ਨਹੀਂ ਦੱਸ ਸਕੇ। ਅਸੀਂ ਸਿਰਫ ਇਹ ਦੱਸਿਆ ਵੀ ਐਸ਼ ਪ੍ਰਸਤੀ ਕਰ ਲਓ, ਇਹ ਜ਼ਿੰਦਗੀ ਹੈ। ਮਤਲਬ 4 ਪੈਸੇ ਉਡਾ ਲਓ, ਖਰਾਬ ਕਰ ਲਓ, ਇਹ ਜ਼ਿੰਦਗੀ ਹੈ। ਅਸੀਂ ਇਹ ਨਹੀਂ ਦੱਸ ਸਕੇ ਕਿ 4 ਪੈਸੇ ਕਿਸੇ ਦੀ ਤਲੀ ਤੇ ਮਦਦ ਨੂੰ ਰੱਖ ਦਿਓ, ਇਹਨੂੰ ਵੀ ਜ਼ਿੰਦਗੀ ਕਹਿੰਦੇ ਨੇ। ਅਸੀਂ ਇਹ ਨਹੀਂ ਦੱਸ ਸਕੇ। ਅਸੀਂ ਇਹ ਤੇ ਦੱਸਤਾ ਕਿ ਆਪਣੇ ਸਰੀਰ ਉੱਤੇ ਮਹਿੰਗੇ ਤੋਂ ਮਹਿੰਗਾ ਵਸਤਰ ਪਾ ਲਓ, ਇਹ ਜ਼ਿੰਦਗੀ ਹੈ। ਅਸੀਂ ਇਹ ਨਹੀਂ ਦੱਸ ਸਕੇ ਪੁੱਤਰਾ ਢਕਣਾ ਤੇ ਸਰੀਰ ਦਾ ਨੰਗੇਜ ਹੀ ਹੈ, ਆਪਣੀ ਲੋੜ ਮੁਤਾਬਕ ਵਸਤਰ ਪਾ ਲਾ। ਜੇ 4 ਹੈਣ, ਜਿੱਥੇ ਤੂੰ 1 ਲੈ ਕੇ ਆਉਣਾ ਉੱਥੇ 1 ਕਿਸੇ ਦੂਜੇ ਨੂੰ ਵੀ ਲੈ ਕੇ ਦੇ ਦੇ, ਇਹਨੂੰ ਵੀ ਜ਼ਿੰਦਗੀ ਕਹਿੰਦੇ। ਅਸੀਂ ਇਹ ਨਹੀਂ ਦੱਸ ਸਕੇ। ਅਸੀਂ ਇਹ ਨਹੀਂ ਦੱਸ ਸਕੇ। ਅਸੀਂ ਜ਼ਿੰਦਗੀ ਕਿਸੇ ਹੋਰ ਰਾਹ ਤੇ ਹੀ ਤੋਰ ਲਈ ਵੀ ਇਹਨੂੰ ਜ਼ਿੰਦਗੀ ਕਹਿੰਦੇ ਨੇ। ਮਾਲਕ ਦੀ ਆਖਦੇ, ਕਹਿੰਦੇ ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੇ ਰਸ ਕਸ ਮੀਠੇ। ਉਹ ਵੀ ਕਹਿੰਦਾ ਵੀ ਅੱਜ ਮੈਂ ਇੰਨੇ 1000 ਦੇ ਕੱਪੜੇ ਲੈ ਕੇ ਆਇਆ, ਬੜਾ ਆਕੜ ਕੇ ਦੱਸਦਾ, ਸੱਜਣਾ ਹਜ਼ਾਰਾਂ ਦੇ ਛੱਡ ਭਾਵੇਂ ਲੱਖਾਂ ਦੇ ਲੈ ਆ, ਕਿਸੇ ਦੀ ਤਲੀ ਤੇ ਕੀ ਰੱਖ ਕੇ ਆਇਆ ਇਹ ਦੱਸ। ਲੋੜਵੰਦ ਨੇ ਤੇਰੇ ਅੱਗੇ ਹੱਥ ਕੀਤਾ ਸੀ, ਉਹਨੂੰ ਕਿੰਨੇ ਪੈਸੇ ਦੇ ਕੇ ਆਇਆ? ਲੋੜਵੰਦ ਨੇ, ਜ਼ਰੂਰਤਮੰਦ ਨੇ ਤੈਨੂੰ ਕਿਹਾ ਸੀ ਵੀ ਮੈਨੂੰ ਭੁੱਖ ਲੱਗੀ, ਪੇਟ ਕਰਕੇ ਮੈਨੂੰ ਸ਼ੁੱਧਾ ਵਿਆਪ ਰਹੀ, ਭੋਜਨ ਹੀ ਛਕਾ ਦੇ। ਤੂੰ ਕੀ ਨਹੀਂ ਪੇਟ ਭਰ ਸਕਦਾ ਸੀ, ਗੁਜ਼ਾਰੇ ਜੋਗਾ ਖਵਾ ਕੇ ਆਇਆ? ਇਹ ਦੱਸ। ਤੇਰਾ ਹਜ਼ਾਰਾਂ ਤੇ ਲੱਖਾਂ ਰੁਪਈਆਂ ਦੇ ਲਏ ਕੱਪੜੇ ਕੀ ਕਰਨਗੇ? ਤੂੰ ਇੱਕ ਬੰਦੇ ਨੂੰ ਪੇਟ ਭਰ ਰੋਟੀ ਨਹੀਂ ਖਵਾ ਸਕਿਆ। ਤੇਰੀ ਜ਼ਿੰਦਗੀ ਕੀ ਹੈ? ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਨ ਵਾਲੇ ਆ ਅਸੀਂ, ਕਹਿੰਦੇ ਜੀ ਗੁਰੂ ਨਾਨਕ ਦੇ ਸਿੱਖ ਆ। ਬਾਬੇ ਨਾਨਕ ਦੀ ਜ਼ਿੰਦਗੀ ਨੂੰ ਪੜ੍ਹ ਕੇ ਵੇਖ ਲਓ। ਪਿਤਾ ਨੇ ਤੋਰਿਆ 20 ਰੁਪਈਏ ਦੇ ਕੇ ਵੀ ਜਾ ਸੌਦਾ ਕਰਕੇ ਆ। ਤੇ ਸੌਦਾ ਕੀ ਕਰਕੇ? ਸਾਨੂੰ ਜੇ ਮਾਂ-ਬਾਪ ਤੁਰਨ ਨਾ ਵੀ ਲੈ ਜਾ 1000 ਰੁਪਈਆ ਤੇ ਜਾ ਆਪਣੇ ਜੋਗੇ ਕੱਪੜੇ ਲੈ ਆ, ਤੇ ਅਸੀਂ 1000 ਤੋਂ
ਆਪਣੇ ਕੋਲੋਂ ਪਾ ਕੇ ना ਤੇ 4-5 ਹਜ਼ਾਰ ਦੇ ਲੈ ਕੇ ਆਉਣੇ। ਤੇ ਉਧਰੋਂ ਬਾਪੂ ਨੇ ਤੋਰਿਆ ਵੀ ਲੈ ਜਾ 20 ਰੁਪਈਏ ਜਾਂ ਸੌਦਾ ਕਰਕੇ ਆ, ਮੈਂ ਤੈਨੂੰ ਵਪਾਰ ਸਿਖਾਵਾਂ। ਉਹ ਤੁਰ ਪਏ, ਰਾਹ 'ਚ ਤੁਰੇ ਗਏ, ਵੇਖਿਆ ਕੀ ਵੀ ਲੋੜਵੰਦ ਬੈਠੇ, ਜ਼ਰੂਰਤਮੰਦ ਬੈਠੇ, ਤੇ ਉਹਨਾਂ ਜ਼ਰੂਰਤਮੰਦਾਂ ਨੂੰ ਭੋਜਨ ਛਕਾਤਾ, ਲੋੜ ਪੂਰੀ ਕਰਤੀ, ਵਸਤਰ ਲੈ ਤੇ ਭੋਜਨ ਛਕਾਤਾ, ਆਪਣੇ ਕੋਲੋਂ ਧਨ ਦੇਤਾ ਵੀ ਲਓ, ਕਿਰਤ ਵੀ ਕਰੋ। ਤੇ ਘਰੇ ਆ ਕੇ ਬਾਪੂ ਕੋਲੋਂ ਇਤਿਹਾਸ ਕਹਿੰਦਾ ਵੀ ਝਿੜਕਾਂ ਵੀ ਪਈਆਂ। ਤੇ ਬਾਪੂ ਨੂੰ ਕੀ ਕਿਹਾ ਸੀ? ਪਿਤਾ ਜੀ ਅੱਜ ਮੈਂ ਖਰਾ ਸੌਦਾ ਕਰਕੇ ਆਇਆ, ਸੱਚਾ ਸੌਦਾ ਕਰਕੇ ਆਇਆ। ਤੇ ਅਸੀਂ ਇਹ ਵੀ ਜ਼ਿੰਦਗੀ ਹੈ, ਇਹਨੂੰ ਵੀ ਜ਼ਿੰਦਗੀ ਜਿਉਣਾ ਕਹਿੰਦੇ। ਬਾਬੇ ਨਾਨਕ ਵਰਗਾ ਜੀਵਨ ਬਣ ਜਾਣਾ ਕਿਸੇ ਦਾ? ਕੋਸ਼ਿਸ਼ ਤੇ ਸਾਨੂੰ ਹੀ ਕਰਨੀ ਪੈਣੀ ਨਾ, ਯਤਨ ਤੇ ਕਰ। ਹਾਲਾਂਕਿ ਅਸੀਂ ਗੁਰੂ ਨਾਨਕ ਸਾਹਿਬ ਨਹੀਂ ਬਣ ਸਕਦੇ, ਗੁਰੂ ਨਾਨਕ ਦੇ ਧਰਮ ਦੇ ਪੈਰੋਕਾਰ ਤੇ ਅਖਵਾਉਂਦੇ ਆ ਨਾ। ਸਾਰੇ ਗੁਣ ਨਹੀਂ, ਕੋਈ ਇੱਕ ਅੱਧਾ ਤੇ ਜ਼ਿੰਦਗੀ 'ਚ ਨਜ਼ਰ ਆਵੇ ਜਿਹਦੇ ਕੋਲ ਗੁਰੂ ਨਾਨਕ ਦੇ ਧਰਮ ਦਾ, ਗੁਰੂ ਨਾਨਕ ਦੇ ਦਰਸਾਏ ਮਾਰਗ ਦਾ ਇੱਕ ਗੁਣ ਵੀ ਆ ਗਿਆ ਨਾ, ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਜਾਣਾ, ਜ਼ਿੰਦਗੀ ਬਦਲ ਜਾਏਗੀ। ਫਿਰ ਆਹ ਜ਼ਿੰਦਗੀ ਨਹੀਂ ਮੰਨੇਗਾ ਜਿਹੜੀ ਅੱਜ ਸਮਾਜ ਮੰਨ ਕੇ ਬੈਠਾ ਹੈ। ਖੈਰ ਸਾਹਿਬ ਕਹਿੰਦੇ ਕਿ ਹੁਣ ਹੋਰ ਸੰਸਾਰਕ ਰਸ-ਕਸ ਤੇ ਮਿੱਠੇ ਮੰਨੀ ਬੈਠਾ ਹੈ, ਤੇ ਕੋਲੇ ਕੀ ਹੈ? ਨਾ ਗਿਆਨ ਤੇ ਨਾ ਧਿਆਨ, ਗੁਣ ਵੀ ਨਹੀਂ, ਨਾ ਕੋਲੇ ਕੋਈ ਸੰਜਮ ਹੈ। ਜਨਮ ਮਰੋਗੇ ਝੂਠੇ, ਕਹਿੰਦੇ ਉਹ ਝੂਠਿਆ ਜੰਮੇਗਾ ਤੇ ਮਰੇਗਾ, ਮਤਲਬ ਜੰਮਣ ਮਰਨ ਦੇ ਗੇੜ 'ਚ ਹੀ ਰਹੇਗਾ, ਕਿਉਂਕਿ ਨਾ ਤੇਰੇ ਕੋਲ ਗਿਆਨ ਹੈ, ਨਾ ਧਿਆਨ ਹੈ, ਨਾ ਗੁਣ ਹੈ ਤੇ ਨਾ ਸੰਜਮ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਸਖਣਾ ਹੈ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ। ਨਾਨਕ ਪਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਹੁਣ ਇੱਥੇ ਸਾਹਿਬ ਨੇ ਕਿਹਾ ਵੀ ਕੋਲੇ ਤੀਰਥ ਨਹੀਂ ਹੈ, ਵਰਤ ਨਹੀਂ ਹੈ, ਸੁੱਚ ਨਹੀਂ ਹੈ, ਸੰਜਮ ਨਹੀਂ ਹੈ। ਹੁਣ ਇਹ ਖਿਆਲ ਰੱਖਿਓ, ਇੱਥੇ ਜਦੋਂ ਅੱਖਰੀ ਅਰਥ ਕਰਾਂਗੇ ਤੇ ਉਦੋਂ ਇਹੀ ਬਣੇਗਾ ਵੀ ਕੋਲੇ ਤੀਰਥ ਵੀ ਨਹੀਂ, ਮਤਲਬ ਯਾਤਰਾ ਨਹੀਂ, ਕੋਲੇ ਵਰਤ ਨਹੀਂ, ਕੋਲੇ ਸੁਚਮਤਾ ਨਹੀਂ। ਪਰ ਜਦੋਂ ਭਾਵ ਅਰਥ ਕਰਾਂਗੇ, ਕਿਉਂਕਿ ਅਗਲੀ ਪੰਕਤੀ ਵਿੱਚ ਬਿਲਕੁਲ ਸਤਿਗੁਰੂ ਸਾਫ਼ ਕਰ ਰਹੇ, ਕਹਿੰਦੇ ਤੀਰਥ ਕੀਤਿਆਂ ਮੁਕਤੀ ਨਹੀਂ ਮਿਲਦੀ। ਕਿਉਂਕਿ ਅੱਜ ਦਾ ਜਿਹੜਾ ਇਨਸਾਨ ਜ਼ਿੰਦਗੀ ਮੰਨ ਕੇ ਬੈਠਾ ਨਾ, ਉਹ ਤੇ ਤੀਰਥਾਂ ਵਾਲੇ ਪਾਸੇ ਤੇ ਲੈਣ ਬਣਾਈ ਜਾਂਦਾ। ਇੱਕ ਸਮਾਂ ਮਿੱਥਿਆ ਹੋਇਆ ਹੈ ਵੀ ਇਸ ਸਮੇਂ ਅਸੀਂ ਫਲਾਣੇ ਤੀਰਥ ਵੱਲ ਜਾਣਾ, ਮਿੱਥਿਆ ਹੋਇਆ ਸਮਾਂ। ਜਦੋਂ ਆਹ ਟਾਈਮ ਆ ਗਿਆ ਅਸੀਂ ਵਰਤ ਰੱਖਣਾ ਹੈ, ਜਦੋਂ ਇਹ ਸਮਾਂ ਬਣ ਗਿਆ ਅਸੀਂ ਆਹ ਸੰਜਮ ਰੱਖਣਾ ਹੈ, ਅਸੀਂ ਆਹ ਸੁਚਮਤਾ ਰੱਖਣੀ। ਸਮਾਂ ਮਿੱਥਿਆ ਹੋਇਆ ਨਾ, ਇਹਨਾਂ ਦਿਨਾਂ 'ਚ ਅਸੀਂ ਇਸ ਤੀਰਥ ਸਥਾਨ ਤੇ ਜਾਣਾ, ਇਹਨਾਂ ਦਿਨਾਂ 'ਚ ਇਸ ਤੀਰਥ ਸਥਾਨ ਤੇ ਜਾਣਾ। ਫਿਰ ਜਦੋਂ ਆਹ ਦਿਨ ਆ ਗਏ ਅਸੀਂ ਵਰਤ ਰੱਖਾਂਗੇ, ਜਦੋਂ ਆਹ ਦਿਨ ਆ ਗਿਆ ਫਿਰ ਅਸੀਂ ਸੁਚਮਤਾ ਰੱਖਾਂਗੇ। ਇਹ ਸਾਰਾ ਕੁਝ ਕਰੀ ਜਾਂਦਾ ਹੈ। ਪਰ ਸਾਹਿਬ ਕਹਿੰਦੇ ਇਹਨਾਂ ਚੀਜ਼ਾਂ ਨਾਲ ਮੁਕਤੀ ਨਹੀਂ ਮਿਲਣੀ। ਜੇ ਤੂੰ ਚਾਹੁੰਦਾ ਵੀ ਤੂੰ ਜ਼ਿੰਦਗੀ ਵਿੱਚ ਮੁਕਤ ਹੋ ਜਾਏ, ਤੇਰਾ ਜੀਵਨ ਮੁਕਤ ਹੋ ਜਾਏ, ਤੇ ਮਾਲਕ ਕਹਿੰਦੇ ਖਿਆਲ ਰੱਖ, ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ। ਇਹ ਜਿਹੜੇ ਧਰਮ ਦੇ ਤੂੰ ਕਰਮ ਕੀਤੇ, ਜਿਹੜੇ ਤੂੰ ਧਰਮ ਦੇ ਨਾਮ ਉੱਤੇ ਪੂਜਾ ਪਿਆ ਕਰਦਾ ਹੈ ਨਾ, ਇਹਨਾਂ ਨੇ ਮੁਕਤੀ ਨਹੀਂ ਦੇਣੀ। ਮੁਕਤੀ ਕਿਵੇਂ ਮਿਲੇਗੀ? ਕਹੋ ਨਾਨਕ ਭਾਏ ਭਗਤ ਨਿਸਤਾਰਾ। ਆਹ ਮੁਕਤੀ ਦਾ ਤਰੀਕਾ ਹੈ। ਪ੍ਰੇਮਾ ਭਗਤੀ ਦੇ ਨਾਲ ਨਿਸਤਾਰਾ ਹੁੰਦਾ। ਨਿਸਤਾਰਾ ਕਿਹਨੂੰ ਕਹਿੰਦੇ? ਤਰ ਜਾਣਾ, ਮੁਕਤ ਹੋ ਜਾਣਾ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਜੇ ਪ੍ਰੇਮਾ ਭਗਤੀ ਤੋਂ ਸਖਣਾ ਤੇ ਖਿਆਲ ਰੱਖ, ਫਿਰ ਦੁਬਦਾ ਵਿੱਚ ਤੇ ਫਸ ਜਾਏਗਾ, ਪਰ ਮੁਕਤੀ ਨਹੀਂ ਮਿਲਣੀ, ਸਗੋਂ ਫਸ ਜਾਏਗਾ, ਦੁਬਦਾ ਵਿੱਚ ਗਲਤਾਨ ਹੋ ਜਾਏਗਾ। ਜੇ ਮੁਕਤੀ ਚਾਹੁੰਦਾ ਫਿਰ ਕੋਲੇ ਪ੍ਰੇਮਾ ਭਗਤੀ ਰੱਖ। ਇਹੀ ਇੱਕ ਤਰੀਕਾ ਹੈ ਸੰਸਾਰ ਦੇ ਜੀਵਨ ਨੂੰ ਜਿਉਂਦਿਆਂ, ਸੰਸਾਰਕ ਜੀਵਨ ਜਿਉਂਦਿਆਂ ਆਪਣੀ ਜ਼ਿੰਦਗੀ ਰੂਪੀ ਰਾਤ ਨੂੰ ਸਫਲਿਆਂ ਕਰਨ ਦਾ। ਜਿਹਨੂੰ ਬਾਪੂ ਜੀ ਕਹਿੰਦੇ ਕਿ ਆਪਣੇ ਇਸ
ਜੀਵਨ ਨੂੰ ਬਤੀਤ ਕਰਦਿਆਂ ਗੁਜ਼ਾਰਦਿਆਂ, ਜਿੱਥੇ ਸੰਸਾਰਕ ਤੌਰ ਤੇ ਦਿਨ ਤੇ ਰਾਤ ਹੰਡਾਉਣਾ ਹੈ, ਦਿਨ ਸਫਲ ਕਰਦਾ ਕੰਮ ਕਰਕੇ, ਰਾਤ ਸਫਲੀ ਤੂੰ ਕਹਿਣਾ ਵੀ ਰਾਤ ਸੌਣ ਵਾਸਤੇ ਹੈ, ਸੌਂ ਕੇ ਗੁਜ਼ਾਰਦਾ ਹੈ। ਮਾਲਕ ਕਹਿੰਦੇ ਆਪਣੀ ਜ਼ਿੰਦਗੀ ਰੂਪੀ ਰਾਤ ਨੂੰ ਗਾਫਲਤਾ ਦੀ ਨੀਂਦ ਵਿੱਚ ਸੌਂ ਕੇ ਨਾ ਗੁਜ਼ਾਰੀ, ਸੁਚੇਤ ਹੋ ਕੇ ਗੁਜ਼ਾਰ, ਆਪਣੀ ਜ਼ਿੰਦਗੀ ਵਾਸਤੇ ਵੀ ਕੁਝ ਕਮਾ। ਔਰ ਮਾਲਕ ਅੱਗੇ ਹੱਥ ਜੋੜ ਕੇ ਇਹ ਦਾਤ ਮੰਗਦੇ ਰਿਹਾ ਕਰੀਏ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਦੁਬਿਧਾ ਵਿਆਪੈ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।